ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਰੋਜ਼ ਅਸੀਂ ਇਸ ਟਾਈਮ ਤੇ ਜੁੜ ਬੈਠਦੇ ਹਾਂ ਸਾਹਿਬ ਜੀ ਦੀ ਕੀਰਤੀ ਕਰਨ ਲਈ, ਕੀਰਤੀ ਸਰਵਨ ਕਰਨ ਲਈ। ਸਿੱਧ ਗੋਸ਼ਟ ਦੀ ਬਾਣੀ ਜੋ ਅਸੀਂ ਆਰੰਭ ਕੀਤੀ ਹੈ, 9 ਪੌੜੀਆਂ ਤੱਕ ਆਪਾਂ ਵਿਚਾਰ ਕੀਤੀ ਹੈ। ਅਗਲੀ ਪੌੜੀ 10 ਪੌੜੀ ਨੂੰ ਦੁਬਾਰਾ ਰੀਕੈਪ ਕਰਨ ਤੋਂ ਪਹਿਲਾਂ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰਾਂਗੇ। ਸਾਰਿਆਂ ਨੂੰ ਬੇਨਤੀ ਹੈ, ਮਨ ਬਿਰਤੀਆਂ ਜੋੜ ਕੇ ਮੂਲ ਮੰਤਰ ਤੇ ਗੁਰਮੰਤਰ ਨਾਲ ਜੁੜੀਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤੇ ਪੁਰਖ ਮਾਲਕ ਨੇ ਬਖਸ਼ਿਸ਼ ਕਰਕੇ ਸਾਨੂੰ ਸਮਾਂ ਬਖਸ਼ਿਆ। ਅਸੀਂ ਗੁਰੂ ਦੀ ਗੱਲ ਕਰੀਏ, ਸੁਣੀਏ, ਵਿਚਾਰੀਏ ਔਰ ਇਸ ਨਾਲ ਆਪਣੇ ਜੀਵਨ ਨੂੰ ਵਧੀਆ ਬਣਾਈਏ। 9ਵੀਂ ਪੌੜੀ ਜਿਹੜੀ ਸਿੱਧ ਗੋਸ਼ਟ ਦੀ ਆਪਾਂ ਵਿਚਾਰ ਕੀਤੀ ਹੈ, ਗੁਰੂ ਪਾਤਸ਼ਾਹ ਜੀ ਨੇ ਇਹਦੇ ਵਿੱਚ ਪਹਿਲਾਂ ਦੋਹਾ ਰੀਪਾ ਦੇ ਕੁਐਸਚਨ ਜਿਹੜਾ ਉਹਨੇ ਕੀਤਾ, ਕਿਉਂਕਿ ਜੋ ਵੀ ਚਾਹੁੰਦੇ ਸਨ, ਸਿੱਧ ਚਾਹੁੰਦੇ ਸਨ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਵਰਗਾ ਰੋਸ਼ਨ ਦਿਮਾਗ, ਤੇਜ਼ ਗੱਲ ਸਮਝਣ ਵਾਲਾ, ਸਮਝਾਉਣ ਵਾਲਾ ਅਗਰ ਸਾਡੇ ਮੱਤ ਵਿੱਚ ਆ ਜਾਏ ਤਾਂ ਸਾਡਾ ਮੱਤ ਜਿਹੜਾ ਹੈ ਸੰਸਾਰ ਤੱਕ ਫੈਲ ਸਕਦਾ ਹੈ। ਗੁਰੂ ਪਾਤਸ਼ਾਹ ਜੀ ਦੇ ਅੱਗੇ ਉਹਨਾਂ ਨੇ ਬੜੇ ਪਹਿਲਾਂ ਕੁਐਸਚਨ ਕੀਤੇ, ਸਵਾਲ ਕੀਤੇ। ਸਤਿਗੁਰੂ ਜੀ ਨੇ ਬੜੇ ਸੰਖੇਪ ਛੋਟੇ ਛੋਟੇ ਜਵਾਬ ਦੇ ਕੇ ਉਹਨਾਂ ਨੂੰ ਨਿਰ ਉੱਤਰ ਜਿਹਾ ਕੀਤਾ। ਪਹਿਲਾਂ ਉਹਨਾਂ ਦਾ ਸੁਭਾਅ ਰੁੱਖ ਸੀ ਯੋਗੀਆਂ ਦਾ, ਫਿਰ ਉਹਨਾਂ ਨੇ ਮਿੱਠੀ ਬੋਲੀ ਵਿੱਚ ਗੱਲ ਕਰਨੀ ਸ਼ੁਰੂ ਕੀਤੀ। ਜਦੋਂ ਇਹ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਬਹੁਤ ਕੁਝ ਜਾਣਦੇ ਹਨ ਔਰ ਉਹਨਾਂ ਦੇ ਉੱਤਰਾਂ ਦਾ ਸਾਡੇ ਕੋਲ ਕੋਈ ਜਵਾਬ ਨਹੀਂ, ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਆਪਣੇ ਭੇਖ ਵੀ ਸ਼ਾਮਿਲ ਕਰਨ ਲਈ, ਆਪਣੇ ਮਤ ਵੀ ਸ਼ਾਮਿਲ ਕਰਨ ਲਈ ਕੁਝ ਗੱਲਾਂ ਦੱਸੀਆਂ ਕਿ ਗੁਰੂ ਸਾਹਿਬ ਜੀਓ, ਸਾਡੇ ਯੋਗ ਦੇ 12 ਫਿਰਕੇ ਨੇ। ਇਹਨਾਂ 12 ਪੰਥਾਂ ਦੇ ਵਿੱਚੋਂ ਸਾਡਾ ਆਈ ਪੰਥੀ ਸਭ ਤੋਂ ਵੱਡਾ ਪੰਥ ਹੈ। ਸਾਡੇ 6 ਦਰਸ਼ਨ ਹਨ, ਜੰਗਮ, ਜੋਗੀ, ਗਿਆਨੀ, ਸੰਨਿਆਸੀ, ਬੈਰਾਗੀ, ਵੈਸ਼ਨੋ। ਸਾਡਾ ਇੱਕ ਪੰਥ ਜੋ ਹੈਗਾ ਉਹ ਜੋਗੀ ਪੰਥ ਹੈ। ਪੰਥ ਦਾ ਅਰਥ ਰਸਤਾ ਹੀ ਹੁੰਦਾ ਹੈ। ਮਹਾਰਾਜ ਜੀ, ਤੁਸੀਂ ਸਾਡੇ ਮਤ ਨੂੰ ਧਾਰਨ ਕਰ ਲਓ, ਤੁਸੀਂ ਮੁੰਦਰਾਂ ਪਾ ਲਓ, ਝੋਲੀ ਰੱਖੋ, ਖਿੰਥਾ ਰੱਖੋ। ਇਹ ਗੱਲ ਜੋਗੀ ਉਹਨਾਂ ਨੂੰ ਗੁਰੂ ਸਾਹਿਬ ਜੀ ਨੂੰ ਕਹਿ ਰਹੇ ਨੇ ਵੀ ਸਾਡਾ ਆਈ ਪੰਥ ਨੂੰ ਧਾਰਨ ਕਰ ਲਓ। ਆਈ ਪੰਥ ਸਭ ਤੋਂ ਵੱਡਾ ਪੰਥ ਹੈ 12 ਪੰਥਾਂ ਦੇ ਵਿੱਚੋਂ। ਇਸ ਤਰੀਕੇ ਨਾਲ ਮਨ ਕਾਬੂ 'ਚ ਆ ਜਾਏਗਾ ਔਰ ਵਿਕਾਰਾਂ ਦੀਆਂ ਚੋਟਾਂ ਜਿਹੜੀਆਂ ਹਨ
वो भी इस ते नहीं पैणगीਆਂ। ਪਾਤਸ਼ਾਹ ਨੂੰ ਇਹ ਗੱਲ ਸਮਝਾਈ ਜਾ ਰਹੀ ਹੈ ਜੋਗੀਆਂ ਵੱਲੋਂ। ਸਤਿਗੁਰੂ ਪਾਤਸ਼ਾਹ ਜੀ ਅੱਗੋਂ ਗੱਲ ਸਮਝਾਉਂਦੇ ਹੋਏ ਗੱਲ ਕਹਿੰਦੇ ਨੇ ਕਿ ਪੁਰਖਾ ਗੱਲ ਇਸ ਤਰ੍ਹਾਂ ਨਹੀਂ ਹੈ, ਇਸ ਢੰਗ ਨਾਲ ਮਨ ਨੂੰ ਅਕਲ ਨਹੀਂ ਦਿੱਤੀ ਜਾ ਸਕਦੀ। ਨਾ ਹੀ ਮਨ ਮੁੰਦਰਾ ਪਾਉਣ ਨਾਲ ਕਾਬੂ ਹੋਣਾ ਹੈ ਤੇ ਨਾ ਹੀ ਮਨ ਸਾਡੇ ਝੋਲੀਆਂ ਰੱਖਣ ਨਾਲ ਕਾਬੂ ਹੋਣਾ ਹੈ। ਅਸਲ ਵਿੱਚ ਮਨ ਤਾਂ ਗੁਰੂ ਦੇ ਸਨਮੁਖ ਹੋ ਕੇ ਹੀ ਜੀਵਨ ਜਿਉਣ ਦਾ ਜਦੋਂ ਢੰਗ ਸਿੱਖਦਾ ਹੈ, ਜੋਗੜੀ ਜੁਗਤੀ ਉਸ ਢੰਗ ਦਾ ਲੱਭਦੀ ਹੈ, ਨਾ ਕਿ ਬਾਹਰਲੇ ਪਹਿਰਾਵੇ ਨਾਲ, ਬਾਹਰਲੇ ਭੇਖ ਨਾਲ। ਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਜੋਗੀਆਂ ਨੂੰ ਕਹੇ। ਹੁਣ ਅਗਲੇ ਦੋ ਪੌੜੀਆਂ ਜਿਹੜੀਆਂ 10ਵੀਂ ਤੇ 11ਵੀਂ ਹੈ, ਉਹਨਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਸਾਡਾ ਮਤ ਕੀ ਕਹਿੰਦਾ ਹੈ ਤੇ ਇਹ ਜੋ ਕਿਵੇਂ ਕਮਾਈਦਾ, ਇਹ ਗੱਲ ਗੁਰੂ ਸਾਹਿਬ ਉਹਨਾਂ ਨੂੰ ਸਮਝਾਉਂਦੇ ਨੇ। ਸਤਿਗੁਰੂ ਜੀ ਨੇ ਇੱਕ ਗੱਲ ਤਾਂ ਉਹਨਾਂ ਨੂੰ ਸਮਝਾ ਦਿੱਤੀ ਵੀ ਯੋਗ ਜਿਹੜਾ ਹੈ ਉਹ ਕਿਸੇ ਭੇਖ ਦਾ ਨਾਮ ਨਹੀਂ, ਯੋਗ ਦਾ ਅਰਥ ਜੁੜਨਾ ਹੈ। ਵਾਹਿਗੁਰੂ ਨਾਲ ਜੁੜਨਾ ਕਿਸੇ ਭੇਖ ਦਾ ਨਾਮ ਨਹੀਂ ਹੈ, ਸਗੋਂ ਵਾਹਿਗੁਰੂ ਨਾਲ ਜੁੜਨਾ ਅੰਤਰ ਆਤਮੇ ਪਰਮੇਸ਼ਰ ਦੀ ਅਰਾਧਨਾ ਹੈ। ਰਸਨਾ ਤੋਂ ਵਾਹਿਗੁਰੂ ਦੀ ਬੰਦਗੀ ਕਰਨੀ ਹੈ। ਇਸ ਢੰਗ ਨਾਲ ਅਗਰ ਪਰਮੇਸ਼ਰ ਵਿੱਚ ਜੁੜਿਆ ਜਾਵੇ ਤਾਂ ਫਿਰ ਮਨ ਕਾਬੂ 'ਚ ਆ ਜਾਂਦਾ ਹੈ। ਇਹਨਾਂ ਚੀਜ਼ਾਂ ਨਾਲ ਮਨ ਕਾਬੂ 'ਚ ਨਹੀਂ ਆਉਂਦਾ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਬਾਰ-ਬਾਰ ਸਮਝਾਈ। ਜਪ ਦੀ ਬਾਣੀ, ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬਬੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਆਦੇਸ਼ ਕਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਇਹ ਗੱਲ ਉੱਥੇ ਕੋਈ ਜਪਜੀ ਦੀ ਬਾਣੀ ਜਿਹੜੀ ਸਮਝਾਈ, ਉਦੋਂ ਵੀ ਇਹ ਜ਼ਿਕਰ ਉਹਨਾਂ ਦਾ ਕੀਤਾ। ਸੰਤੋਖ ਦੀਆਂ ਮੁੰਦਾਂ ਤੇ ਮਿਹਨਤ ਦੀ ਝੋਲੀ, ਇੱਜ਼ਤ ਆਪਣੀ ਬਣਾ ਕੇ ਰੱਖ ਪਰਮੇਸ਼ਰ ਦੇ ਦਰ ਤੇ ਜੋਗੀ। ਇਹਨਾਂ ਚੀਜ਼ਾਂ ਨਾਲ ਜੋਗ ਨਹੀਂ ਹੈ। ਤੂੰ ਕਹਿੰਦਾ ਮੈਂ ਹੱਥ ਵਿੱਚ ਡੰਡਾ ਰੱਖਦਾ, ਕਹਿੰਦੇ ਪਰਮੇਸ਼ਰ ਤੇ ਭਰੋਸਾ ਰੱਖ, ਵਿਸ਼ਵਾਸ ਰੱਖ, ਇਹੋ ਹੀ ਡੰਡਾ ਹੈ। ਵਿਸ਼ਵਾਸ ਦਾ ਡੰਡਾ ਰੱਖ। ਗੱਲਾਂ ਨਾਲ ਜੋਗ ਨਹੀਂ ਕਮਾਈਦਾ। ਜੋਗ ਕਮਾਉਣਾ ਹੋਵੇ ਤਾਂ ਗੁਰੂ ਪਾਤਸ਼ਾਹ ਜੀ ਨੇ ਉਹਦੇ ਸਮਝਾਈ ਵੀ ਗੱਲ ਵੀ ਸਮਝਾ ਦਿੱਤੀ। ਸੂਹੀ ਰਾਗ ਦਾ ਸ਼ਬਦ ਜਿਹੜਾ ਗੁਰੂ ਸਾਹਿਬ ਜੀ ਦਾ ਆਉਂਦਾ ਹੈ, ਮੇਰਾ ਸ਼ਬਦ ਹੈ। ਸਤਿਗੁਰੂ ਉੱਥੇ ਕਹਿੰਦੇ ਜੋਗੀ ਦੇਖ, ਜੋਗ ਨਾ ਖਿੰਥਾਂ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ, ਜੋਗ ਨਾ ਮੁੰਦੀ ਮੁੰਡ ਮਡਾਈ ਹੈ, ਜੋਗ ਨਾ ਸਿੰਘੀ ਵਾਈ ਹੈ, ਅੰਜਣ ਮਾਹੇ ਨਿਰੰਜਨ ਰਹੀ ਹੈ, ਜੋਗ ਜਗਤ ਇਵ ਪਾਈ ਹੈ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਾਰ ਜਾਣੈ, ਜੋਗੀ ਕਹੀਐ ਸੋਈ। ਹੁਣ ਸ਼ਬਦ ਦੇ ਆਖਰ ਵਿੱਚ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਤੱਤ ਦੀ ਗੱਲ ਸਮਝਾਈ, ਕਹਿੰਦੇ ਨੇ ਸਤਿਗੁਰੂ ਭੇਟੈ ਤਾਂ ਸਹਸਾ ਚੁੱਕੈ, ਸਤਿਗੁਰੂ ਭੇਟੇ ਤਾਂ ਸਹਸਾ ਟੂਟੈ। ਗੁਰੂ ਸਾਹਿਬ ਕਹਿੰਦੇ ਨੇ ਧਾਵਤ ਵਰਜ ਰਹਾਈਆ। ਸਤਿਗੁਰੂ ਮਿਲਾਪ ਹੋ ਜਾਏ, ਗੁਰੂ ਦੀ ਮੱਲ ਮੰਨ ਲਈਏ, ਗੁਰੂ ਦੇ ਨਾਲ ਸਾਂਝ ਬਣ ਜਾਏ ਤਾਂ ਅੰਦਰਲੇ ਭਰਮ ਭੁਲੇਖੇ ਸਾਰੇ ਜੋਗੀ ਦੂਰ ਹੋ ਜਾਂਦੇ ਨੇ। ਦੌੜਦਾ ਹੋਇਆ ਮਨ ਜਿਹੜਾ ਕਾਬੂ 'ਚ ਆ ਜਾਂਦਾ ਹੈ, ਮਨ ਟਿਕਾਓ 'ਚ ਆ ਜਾਂਦਾ ਹੈ। ਸਤਿਗੁਰੂ ਫਿਰ ਕਹਿੰਦੇ ਨੇ ਇਸ ਤਰ੍ਹਾਂ ਹੁੰਦਾ ਕੀ ਹੈ। ਗੁਰੂ ਪਾਤਸ਼ਾਹ ਫਿਰ ਜਿਹੜੀ ਨਿਰੰਤਰ ਦੀ ਗੱਲ ਕੀਤੀ, ਅਗਲੀ ਪੌੜੀ 'ਚੋਂ ਕਹਿੰਦੇ ਨਿਚਰ ਝਰੈ ਸਹਿਜ ਧੁਨ ਲੱਗੈ, ਘਰ ਹੀ ਪਰਚਾ ਪਾਈਐ। ਇਹ ਹੈ ਨਿਚਾਰ, ਅੰਮਿਓ ਚੱਲੇ ਝਰਨੇ ਹਨ ਜਿਹੜੀ ਗੁਰੂ ਸਾਹਿਬ ਮੱਤ ਦੱਸ ਰਹੇ ਹਨ। ਅਗਲੀ ਪੌੜੀ 10ਵੀਂ ਵਿੱਚ ਗੁਰੂ ਸਾਹਿਬ ਜੀ ਨੇ ਜੋ ਬਾਤ ਕੀਤੀ, ਪਹਿਲਾਂ ਪੌੜੀ ਨੂੰ ਪੜ੍ਹੀਏ। ਅੰਤਰ ਸ਼ਬਦ ਨਿਰੰਤਰ ਮੁੰਦਰਾ, ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੈ ਸ਼ਬਦ ਸੋ ਸਮਝ ਪਰੀ, ਖਿੰਥਾ ਝੋਲੀ ਭਰਪੁਰ ਰੇਹਾ, ਨਾਨਕ ਤਾਰੈ ਏਕ ਹਰੀ, ਸਾਚਾ ਸਾਹਿਬ ਸਾਚੀ ਨਾਹੀ, ਪਰਖੈ ਗੁਰ ਕੀ ਬਾਤ ਖਰੀ। ਇਹ 10ਵੀਂ ਪੌੜੀ ਦਾ ਪਾਠ ਹੈ।
ਜੋ ਆਪਾਂ ਸਾਰਿਆਂ ਨੇ ਹੁਣੇ ਕੀਤਾ, ਸਰਵਣ ਕੀਤਾ। ਅੰਤਰ ਦਾ ਅਰਥ ਹੈ ਮਨ ਦੇ ਅੰਦਰ, ਅੰਤਰ ਆਤਮੇ, ਮਨ ਵਿੱਚ। ਸ਼ਬਦ ਹੈ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਨਿਰੰਤਰ ਦਾ ਅਰਥ ਹੈ ਅੰਤਰ ਤੋਂ ਬਿਨਾਂ, ਨਿਰੰਤਰ, ਲਗਾਤਾਰ, ਜਿਹੜਾ ਕਦੀ ਟੁੱਟਦਾ ਨਹੀਂ, ਲਗਾਤਾਰ ਚੱਲਣ ਵਾਲਾ, ਹਮੇਸ਼ਾ ਕਾਇਮ ਰਹਿਣ ਵਾਲਾ, ਸਦਾ ਸਦੀਵੀ ਲਈ। ਨਿਰੰਤਰ, ਨਿਰੰਤਰ ਮੁੰਦਰਾਂ ਜੋ ਕੰਨਾਂ 'ਚ ਪਾਈਆਂ ਜਾਂਦੀਆਂ ਨੇ। ਹਉਮੈ, ਹੰਕਾਰ, ਮਮਤਾ, ਸੰਸਾਰ ਦੀ ਮੋਹ ਮਾਇਆ ਦੂਰ ਕਰੀ, ਦੂਰ ਕਰ ਲਈ। ਗੁਰੂ ਪਾਤਸ਼ਾਹ ਕਹਿੰਦੇ ਕਮਾਲ ਹੈ ਜੋਗੀ, ਦੇਖ ਤੂੰ ਮੈਨੂੰ ਸਮਝਾ ਰਿਹਾ ਵੀ ਮਨ ਇਸ ਤਰ੍ਹਾਂ ਕਾਬੂ ਚ ਆਉਂਦਾ ਹੈ, ਜੇ ਅਸੀਂ ਮੁੰਦਰਾਂ ਪਾ ਲਈਏ, ਜੇ ਅਸੀਂ ਝੋਲੀ ਰੱਖ ਲਈਏ, ਜੇ ਅਸੀਂ ਖੱਪਰ ਫੜ ਲਈਏ, ਇਹ ਗੱਲ ਤੂੰ ਮੈਨੂੰ ਸਮਝਾ ਰਿਹਾ। ਪਰ ਜਿਹੜਾ ਮੇਰਾ ਮਤ ਹੈ, ਜਿਹੜੀ ਮੇਰੀ ਸਮਝ ਹੈ, ਇਹ ਗੱਲ ਨਹੀਂ ਸਮਝਾਉਂਦੀ। ਮੇਰੇ ਕੰਨਾਂ ਵਿੱਚ ਮੁੰਦਰਾਂ ਤਾਂ ਗੁਰੂ ਦੇ ਸ਼ਬਦ ਦੀਆਂ ਹਨ, ਜੋ ਲਗਾਤਾਰ ਹੈ, ਕਦੀ ਮੁੰਦਰਾਂ ਪਾਉਣ ਦੀ ਵੀ ਲੋੜ ਨਹੀਂ, ਬਾਹਰਲੀਆਂ ਮੁੰਦਰਾਂ ਪਾਉਣ ਦੀ ਲੋੜ ਨਹੀਂ। ਜੋਗੀ, ਮੇਰਾ ਮੁੰਦਰਾਂ, ਮੇਰੀਆਂ ਮੁੰਦਰਾਂ ਗੁਰੂ ਦਾ ਸ਼ਬਦ ਹੈ, ਜੋ ਨਿਰੰਤਰ ਮੇਰੇ ਕੰਨਾਂ 'ਚ ਪੈ ਰਿਹਾ, ਲਗਾਤਾਰ, ਇੱਕ ਰਸ ਅਟੁੱਟ, ਜਿਹਦਾ ਆਨੰਦ ਕਦੀ ਖਤਮ ਨਹੀਂ ਹੁੰਦਾ। ਇਹ ਨਿਰੰਤਰ, ਇਹ ਸਹਿਜ, ਗੁਰੂ ਪਾਤਸ਼ਾਹ ਜੀ ਨੇ ਜਿਹੜੇ ਸ਼ਬਦ ਵਰਤੇ ਹਨ, ਇਹ ਲਗਾਤਾਰ ਇੱਕ ਰਸ ਹੈ, ਜਿੱਥੇ ਕੋਈ ਹੁਣ ਫੁਰਨੇ ਫੁਰਦੇ ਹੀ ਨਹੀਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖ ਜੋਗੀ, ਹੁਣ ਗੁਰੂ ਦਾ ਸ਼ਬਦ ਮੇਰੇ ਜੀਵਨ ਦਾ ਇੱਕ ਹਿੱਸਾ ਬਣ ਗਿਆ। ਲਗਾਤਾਰ ਦਾ ਮਤਲਬ ਕਿ ਗੁਰੂ ਦਾ ਸ਼ਬਦ ਮੇਰੇ ਜੀਵਨ ਦਾ ਹਿੱਸਾ ਬਣ ਗਿਆ। ਹੁਣ ਜੋ ਸ਼ਬਦ ਨੇ ਕਹਿਣਾ, ਜੋ ਸ਼ਬਦ ਨੇ ਮੈਨੂੰ ਸਮਝਾਇਆ, ਜੋ ਗੁਰੂ ਦਾ ਹੁਕਮ ਹੈ, ਮੈਂ ਉਹਦੇ ਤੇ ਕਮਾਈ ਕੀਤੀ ਹੈ, ਉਹਦੇ ਤੇ ਪਹਿਰਾ ਦਿੱਤਾ ਹੈ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਿਆ। ਜਦੋਂ ਮੈਂ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਇਸ ਰਸਤੇ ਤੇ ਤੁਰਿਆ, ਗੁਰੂ ਨੇ ਜੋ ਕਿਹਾ ਉਹ ਮੈਂ ਕੰਮ ਕੀਤਾ। ਮੇਰੇ ਮਨ ਦੀ ਕੋਈ ਸਿਆਣਪ ਨਹੀਂ ਹੈ, ਮਨ ਦੀ ਕੋਈ ਚਲਾਕੀ ਵੀ ਨਹੀਂ ਹੈ, ਨਾ ਕੋਈ ਮੈਂ ਚਲਾਕੀ ਖੇਡ ਸਕਦਾ, ਕਿਉਂਕਿ ਗੁਰੂ ਅੱਗੇ ਮੇਰੀ ਕੋਈ ਚਲਾਕੀ ਹੈ ਹੀ ਨਹੀਂ। ਇਹ ਜੋ ਵੀ ਦੇਖ, ਲਗਾਤਾਰ ਗੁਰੂ ਦਾ ਸ਼ਬਦ ਜਿਹੜਾ ਮੇਰੇ ਅੰਦਰ ਵਸਦਾ ਹੈ, ਇਹਨੇ ਤਾਂ ਮੇਰੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਮੇਰਾ ਮਨ ਤਾਂ ਟਿਕਾ 'ਚ ਆ ਗਿਆ। ਕਿਉਂਕਿ ਤੂੰ ਤਾਂ ਜੋਗ ਨੂੰ ਆਪਣਾ ਦੱਸਦਾ ਹੈ, ਤੂੰ ਮੁੰਦਰਾਂ ਨੂੰ ਆਪਣੀਆਂ ਦੱਸਦਾ ਹੈ, ਅਸਲ ਵਿੱਚ ਤੂੰ ਪਰਮਾਰਥ ਦਾ ਪਾਂਧੀ ਨਹੀਂ ਜੋਗੀ, ਤੂੰ ਤਾਂ ਜੋਗ ਦਾ ਪਾਂਧੀ ਹੈ। ਆਪਣੇ ਮਤ ਤੱਕ ਸੀਮਤ ਹੈ, ਆਪਣੇ ਮਤ ਨੂੰ ਦੁਨੀਆ ਤੱਕ ਫੈਲਾਉਣ ਦੀ ਗੱਲ ਕਰਦਾ ਹੈ, ਤੂੰ ਸੰਸਾਰ ਲਈ ਗੱਲ ਨਹੀਂ ਕਰਦਾ। ਤੇਰੀ ਸੋਚ ਛੋਟੀ ਹੈ। ਗੁਰੂ ਪਾਤਸ਼ਾਹ ਜਿਹੜੀ ਗੱਲ ਸਮਝਾਉਂਦੇ ਨੇ ਜੋਗੀ, ਤੇਰੀ ਸੋਚ ਛੋਟੀ ਹੈ, ਤੇਰੀ ਸੋਚ ਕੇਵਲ ਇੱਥੇ ਤੱਕ ਖੜੀ ਹੈ ਵੀ ਬਿਨਾਂ ਯੋਗ ਮਤ ਵਿੱਚ ਯੋਗ ਮਤ ਧਾਰਨ ਕਰਨ ਤੋਂ ਕੋਈ ਰੱਬ ਨੂੰ ਪਹੁੰਚ ਨਹੀਂ ਸਕਦਾ, ਰੱਬ ਨਾਲ ਜੁੜ ਹੀ ਨਹੀਂ ਸਕਦਾ। ਤੇਰੀ ਸੋਚ ਇੱਥੇ ਹੀ ਖੜੀ ਹੈ, ਪਰ ਮੇਰੀ ਸੋਚ ਦਾ ਦਾਇਰਾ ਬਹੁਤ ਵਿਸ਼ਾਲ ਹੈ। ਤੂੰ ਅਸਲ ਵਿੱਚ ਯੋਗ ਦਾ ਪਾਂਧੀ ਹੈ ਤੇ ਮੈਂ ਪਰਮਾਰਥ ਦਾ ਪਾਂਧੀ ਹਾਂ। ਤੇਰੇ ਮੇਰੇ ਮਤ 'ਚ ਫਰਕ ਹੈ, ਤੇਰੇ ਮੇਰੇ ਮਤ 'ਚ ਬਹੁਤ ਸਮਝ ਵਿੱਚ ਫਰਕ ਹੈ। ਤੇਰੀ ਸਮਝ ਤੇ ਮੇਰੀ ਸਮਝ ਵਿੱਚ ਬਹੁਤ ਵੱਡਾ ਅੰਤਰ ਹੈ। ਮੈਂ ਇਹਨਾਂ ਚੀਜ਼ਾਂ ਨੂੰ ਹੁਣ ਗੁਰੂ ਸਾਹਿਬ ਜੀ ਨੂੰ ਜੋਗੀ ਨੂੰ ਸਮਝਾਉਂਦੇ ਆ। ਜੋਗੀਆਂ ਨੂੰ ਇਕੱਲਾ ਇੱਕ ਜੋਗੀ ਨਹੀਂ ਹੈ ਕਿ ਇਕੱਲਾ ਲੋਹਾ ਰੀਪਾ ਹੈ ਜਾਂ ਚਰਪਟ ਹੈ। ਜੋਗੀਆਂ ਦਾ ਇਕੱਠ ਹੈ, ਭੀੜ ਹੈ ਜੋਗੀਆਂ ਦੀ ਉੱਥੇ ਮੇਲੇ ਤੇ ਸ਼ਿਵਰਾਤਰੀ ਦੇ। ਉਹਨਾਂ ਦੀ ਗੱਲ ਗੁਰੂ ਸਾਹਿਬ ਉਹਨਾਂ ਨੂੰ ਹੁਣ ਸਾਰੇ ਗੱਲ ਸਮਝਾਉਂਦੇ ਨੇ। ਦੇਖੋ, ਗੁਰੂ ਦਾ ਸ਼ਬਦ ਜੋ ਕਿ ਮੇਰੇ ਅੰਦਰੋਂ ਹਉਮੈ ਤੇ ਮਮਤਾ ਦੋਨਾਂ ਨੂੰ ਖਤਮ ਕਰਦਾ ਹੈ। ਜਦੋਂ ਹਉਮੈ ਤੇ ਮਮਤਾ ਖਤਮ ਹੋਣੀ ਹੈ, ਅੰਦਰ ਦੀ ਸ਼ੁੱਧਤਾ ਹੋਣੀ ਹੈ। ਹਉਮੈ ਇੱਕ ਵੱਡੀ ਰੁਕਾਵਟ ਹੈ ਪਰਮੇਸ਼ਰ ਨੂੰ ਮਿਲਣ ਲਈ। ਤੁਹਾਡਾ ਮਤ ਸਿਰਫ ਇੱਥੇ ਖੜਾ ਹੋ ਗਿਆ, ਤੁਸੀਂ ਕਹਿੰਦੇ ਹੋ ਅਸੀਂ ਵੱਡੇ ਆ, ਅਸੀਂ ਜੋ ਕਮਾਇਆ, ਅਸੀਂ ਘਰ ਤੋਂ ਬਾਹਰ ਹੋਏ, ਅਸੀਂ ਘਰ-ਬਾਰ ਛੱਡ ਦਿੱਤਾ, ਤੁਸੀਂ ਹੰਕਾਰ ਵਿੱਚ ਮਸਤ ਹੋ ਗਏ, ਮੱਤੇ ਗਏ। ਬਜਾਏ ਇਸ ਦੇ ਕਿ ਅਸੀਂ ਪਰਮਾਰਥ ਦੇ ਪਾਂਧੀ ਬਣਦੇ, ਅਸੀਂ ਕੇਵਲ ਇਸੇ ਦੇ ਪਾਂਧੀ ਬਣ ਗਏ। ਇੱਥੇ ਤੱਕ ਖੜੇ ਹੋ ਕੇ, ਆ ਕੇ ਖੜੇ ਹੋ ਗਏ। ਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰੂ ਦੇ ਸ਼ਬਦ ਨੇ ਮੇਰੇ ਅੰਦਰੋਂ ਮਮਤਾ ਵੀ ਖਤਮ ਕਰ ਦਿੱਤੀ ਹੈ, ਮੇਰੇ ਅੰਦਰੋਂ ਮੇਰੀ ਪਕੜ ਵੀ ਖਤਮ ਕਰ ਦਿੱਤੀ ਹੈ।
ਹਉਮੈ ਵੀ ਖਤਮ ਕਰ ਦਿੱਤੀ, ਪਕੜ ਵੀ ਖਤਮ ਹੋ ਗਈ। ਹੁਣ ਮੇਰੀ ਸੰਸਾਰ ਦੇ ਪਦਾਰਥਾਂ ਨਾਲ ਪਕੜ ਨਹੀਂ ਹੈ। ਰਹਿੰਦਾ ਪਰਿਵਾਰ ਵਿੱਚ ਆ, ਪਰ ਕਮਲ ਦੇ ਫੁੱਲ ਵਾਂਗੂ ਨਿਰਾਲਮ ਹੋ ਕੇ ਰਹਿੰਦਾ ਪਾਣੀ ਵਿੱਚ ਆ, ਪਰ ਮਰਗਾਬੀ ਵਾਂਗੂ ਖੰਭਾਂ ਨੂੰ ਭਿੱਜਣ ਨਹੀਂ ਦਿੰਦਾ। ਆਟੀ ਬਾਟੀ 'ਚ ਮੈਨੂੰ ਨੀਂਦ ਨਹੀਂ ਆਉਂਦੀ। ਆਟੀ ਬਾਟੀ ਨੀਂਦ ਨਾ ਆਵੇ। ਹੁਣ ਮੈਨੂੰ ਹਾਟੀ ਬਾਟੀ ਨੀਂਦ ਨਹੀਂ ਆ ਰਹੀ। ਮੈਂ ਤਾਂ ਖੁੱਬਦਾ ਹੀ ਨਹੀਂ, ਮੇਰੀ ਮਮਤਾ ਹੀ ਨਹੀਂ, ਮੇਰੀ ਪਕੜ ਨਹੀਂ ਹੈ। ਮੈਂ ਤਾਂ ਉਹ ਕਾਰ ਕਮਾ ਰਿਹਾ ਜੋ ਕਾਰ ਨੂੰ ਮੈਨੂੰ ਗੁਰੂ ਨੇ ਲਾਇਆ। ਗੁਰੂ ਨਾਨਕ ਪਾਤਸ਼ਾਹ ਮੋਦੀ ਖਾਨੇ 'ਚ ਬੈਠੇ 13 ਮੋਦੀ ਖਾਨੇ ਦੀ ਕਿਰਤ ਕਰਦੇ, ਕਿਰਤ ਕਰਦਿਆਂ ਹੋਇਆ ਵੀ ਕਰਤਾਰ ਚਿੱਤ ਵਿੱਚ ਹੈ। 13 ਕਹਿ ਕੇ ਗੁਰੂ ਪਾਤਸ਼ਾਹ ਨੇ ਕਿਰਤ ਕੀਤੀ ਹੈ। ਪਕੜ ਨਹੀਂ ਹੈ ਮੋਦੀ ਖਾਨੇ ਦੀ, ਨਾ ਉਹਨਾਂ ਨੂੰ ਉਹਦੇ ਨਾਲ ਪਕੜ ਹੈ, ਲੇਕਿਨ ਇੱਕ ਫਰਜ਼ ਹੈ ਸੰਸਾਰਕ। ਗੁਰੂ ਸਾਹਿਬ ਜੀ ਨੇ ਘਾਹ ਲਿਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਦੀ ਗੱਲ ਸਾਨੂੰ ਸਮਝਾਈ ਹੈ। ਇਹ ਗੱਲ ਗੁਰੂ ਪਾਤਸ਼ਾਹ ਜੀ ਨੇ ਆਪ ਵੀ ਕਰਕੇ ਦਿਖਾਈ ਹੈ। ਤੇ ਸਾਹਿਬ ਜੀ ਕਹਿੰਦੇ ਦੇਖੋ, ਅੰਤਰ ਸ਼ਬਦ ਨਿਰੰਤਰ ਮੁੰਦਰਾ, ਹਉਮੈ ਮਮਤਾ ਦੂਰ ਕਰੀ। ਜੋ ਕਿ ਮੈਂ ਤਾਂ ਮੁੰਦਰਾ ਪਾ ਲਈਆਂ ਸ਼ਬਦ ਦੀਆਂ। ਹੁਣ ਮੇਰੇ ਅੰਦਰ ਦੀ ਸ਼ੁੱਧਤਾ ਹੋ ਗਈ ਹੈ, ਅੰਦਰ ਮੇਰਾ ਸਭ ਕਾਬੂ 'ਚ ਆ ਗਿਆ। ਹੁਣ ਮੇਰੇ ਅੰਦਰ ਨੂੰ ਲੋੜ ਨਹੀਂ ਹੈ ਬਾਹਰ ਤੇਰੇ ਦੇਖਣ ਦੀ। ਤੇ ਸਾਹਿਬ ਜੀ ਕਹਿੰਦੇ ਫਿਰ ਹੋਇਆ ਕੀ? ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੈ ਸ਼ਬਦ ਸੋ ਸਮਝ ਪਰੀ। ਇਹ ਗੱਲ ਕਿੱਥੋਂ ਸਮਝ ਆ ਗਈ? ਸ਼ਬਦ ਰਾਹੀਂ, ਸ਼ਬਦ ਦੁਆਰਾ ਬੰਦੇ ਨੂੰ ਸਿਹਾਰੀ। ਗੁਰੂ ਦੇ ਸ਼ਬਦ ਮੰਨ ਕੇ, ਗੁਰੂ ਦੇ ਸ਼ਬਦ ਤੇ ਚੱਲ ਕੇ ਇਹ ਸਮਝ ਮੈਨੂੰ ਆਈ। ਕਿੱਥੋਂ ਆਈ ਸਮਝ? ਕਹਿੰਦੀ ਗੱਲ ਤਾਂ ਮੈਨੂੰ ਸ਼ਬਦ ਨੇ ਸਮਝਾ ਦਿੱਤੀ ਹੈ। ਇਹ ਮੈਨੂੰ ਸਮਝ, ਮੇਰੀ ਸੋਚ ਵੱਡੀ ਹੋ ਗਈ ਹੈ। ਹੁਣ ਮੈਨੂੰ ਸਮਝ ਆ ਗਈ ਹੈ ਜੀਣਾ ਕਿਵੇਂ ਹੈ, ਸੰਸਾਰ 'ਚ ਵਿਚਰਨਾ ਕਿਵੇਂ ਹੈ, ਸੰਸਾਰ 'ਚ ਰਹਿਣਾ ਕਿਵੇਂ ਹੈ। ਸੰਸਾਰ ਤੋਂ ਭੱਜਣਾ ਨਹੀਂ, ਸੰਸਾਰ ਤਿਆਗਣਾ ਨਹੀਂ, ਵਿੱਚੇ ਸੰਸਾਰ 'ਚ ਮੁਕਤ ਕਿਵੇਂ ਹੋਣਾ। ਇਹ ਗੱਲਾਂ ਮੈਨੂੰ ਸਮਝ ਆ ਗਈਆਂ। ਤੇ ਗੁਰੂ ਨੇ ਕੀਤਾ ਕੀ? ਗੁਰੂ ਦੇ ਸ਼ਬਦ ਨੇ ਕੀਤਾ ਕੀ? ਕਾਮ ਕ੍ਰੋਧ ਅਹੰਕਾਰ ਨਿਵਾਰੈ। ਕਿ ਕਾਮ ਕੋ ਮਾਰਿਆ ਥੋੜੀ ਹੈ, ਕਾਬੂ 'ਚ ਕਰ ਲਿਆ। ਇਹ ਜਜ਼ਬੇ ਮਾਰੇ ਨਹੀਂ ਜਾ ਸਕਦੇ। ਖਿਆਲ ਕਰਨਾ, ਇਹ ਜਜ਼ਬੇ ਮਰਦੇ ਨਹੀਂ, ਮਾਰੇ। ਜੇ ਇਹ ਜਜ਼ਬੇ ਮਰ ਜਾਣਗੇ ਤਾਂ ਸੰਸਾਰ ਦੀ ਉਤਪਤੀ ਖਤਮ ਹੋ ਜਾਏਗੀ। ਜਜ਼ਬਿਆਂ ਨੂੰ ਕਾਬੂ ਵਿੱਚ ਰੱਖਣਾ, ਗ੍ਰਸਥ 'ਚ ਰਹਿੰਦੇ ਹੋਏ ਵੀ ਇਹਨਾਂ ਨੂੰ ਸੰਕੋਚ ਕਰਕੇ ਰਹਿਣਾ। ਗ੍ਰਸਥ ਭੋਗੀ ਨਹੀਂ ਬਣਨਾ, ਗ੍ਰਸਥ ਵਿੱਚ ਜੋਗੀ ਬਣਨਾ। ਗੁਰੂ ਪਾਤਸ਼ਾਹ ਨੇ ਕਿਹਾ ਗ੍ਰਸਥ ਵਿੱਚ ਭੋਗੀ ਨਹੀਂ ਬਣਨਾ, ਜੋਗ ਇਹੀ ਹੈ ਗ੍ਰਸਥ ਵਿੱਚ ਕਿ ਇਹਨਾਂ ਜਜ਼ਬਿਆਂ ਨੂੰ ਕਾਬੂ 'ਚ ਕਰਨਾ। ਗੁਰੂ ਦੇ ਸ਼ਬਦ ਨਾਲ ਮੈਨੂੰ ਇਹ ਸਮਝ ਪੈ ਗਈ ਹੈ, ਔਰ ਇਹ ਗੁਰੂ ਦੇ ਸ਼ਬਦ ਨੇ ਮੇਰਾ ਕਾਮ ਕ੍ਰੋਧ ਅਤੇ ਹੰਕਾਰ ਵੀ ਮਿਟਾ ਦਿੱਤਾ ਹੈ। ਦੇਖੋ, ਇਹ ਸਰੀਰ ਦੀ ਨਗਰੀ ਭਰੀ ਹੋਈ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ। ਗੁਰੂ ਪਾਤਸ਼ਾਹ ਜੀ ਕਾਮ ਕ੍ਰੋਧ ਨਗਰ ਉਹ ਭਰਿਆ, ਮਿਲ ਸਾਧੂ ਖੰਡਨ ਖੰਡਾ ਹੈ। ਗੁਰੂ ਮਿਲਿਆ, ਉਹਨੇ ਇਹ ਦੂਰ ਕਰ ਦਿੱਤੇ। ਗੁਰੂ ਨਾਲ ਮਿਲਾਪ ਹੋਇਆ, ਕਾਮ ਕਾਬੂ ਵਿੱਚ ਆ ਗਿਆ, ਕ੍ਰੋਧ ਕਾਬੂ ਵਿੱਚ ਆ ਗਿਆ। ਹੁਣ ਸਭ ਕੁਝ ਸਮਝ ਆ ਗਈ, ਸੰਸਾਰ ਮੇਰਾ ਹੈ। ਮੇਰਾ ਦਾ ਮਤਲਬ ਸੋਚ ਵੱਡੀ ਹੋ ਗਈ, ਬਗਾਨਾ ਕੋਈ ਲੱਗਦਾ ਹੀ ਨਹੀਂ। ਵਿਸਰ ਗਈ ਸਭ ਤਾਤ ਪਰਾਈ, ਤਾਤ ਪਰਾਈ ਅੰਦਰੋਂ ਹੀ ਚਲੀ ਗਈ। ਹੁਣ ਤਾਂ ਕੋਈ ਦੁਸ਼ਮਣ, ਕੋਈ ਮਿੱਤਰ ਹੈ ਹੀ ਨਹੀਂ। ਇਹ ਗੱਲ ਸਾਨੂੰ ਸਮਝਾ ਦਿੱਤੀ ਗੁਰੂ ਪਾਤਸ਼ਾਹ ਜੀ ਨੇ। ਆਸਾ ਰਾਗ ਦੇ ਸ਼ਬਦ ਵਿੱਚ ਇਹ ਵਚਨ ਸਾਨੂੰ ਸਮਝਾਇਆ ਹੈ। ਕਹਿ ਦਿੰਦੇ ਇਹ ਗੱਲ ਤੋਂ ਬੜੇ ਦੁੱਖ ਦੇਣ ਵਾਲੇ ਨੇ ਇਹ ਵਿਕਾਰ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓ ਰੀ। ਇਹ ਸਖੀ ਦੱਸਦਾ ਸਹੀ, ਮਨ ਨੂੰ ਮੈਲਾ ਕਰ ਦੇਣ ਵਾਲੀ ਮਾਇਆ ਦੀ ਪਕੜ ਇਹ ਕਿਵੇਂ ਛੁੱਟ ਗਈ। ਮੋਹ ਮਲਨ ਨੀਂਦ ਤੇ ਛੁੱਟ ਗਈ, ਕੌਣ ਅਨੁਗ੍ਰਹਿ ਭਿਓਰੀ। ਮਹਾ ਮੋਹਣੀ ਤੁਧ ਨਾ ਵਿਆਪੇ, ਤੇਰਾ ਆਲਸ ਕਹਾਂ ਗਿਓਰੀ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓ ਰੀ। ਸੁਰ ਨਰ ਅਸੁਰ ਤ੍ਰੈ ਗੁਣੀਆਂ, ਸਗਲੋ ਭਵਨ ਲੂਟਿਓ ਰੀ। ਕਹਿੰਦੇ ਜਿਨ੍ਹਾਂ ਨੇ ਇਸ ਮਨ ਦੇ ਮਾਇਆ ਨੇ, ਇਸ ਨੀਂਦ ਨੇ ਜਿਹਦੇ ਵਿੱਚ ਤੂੰ ਸੁੱਤੀ ਪਈ ਸੀ, ਪਰਮੇਸ਼ਰ ਦੇ ਦਰ ਦੀ ਖਬਰ ਹੀ ਨਹੀਂ ਸੀ। ਇਹ ਮਨ ਨੂੰ ਮੈਲਾ ਕਰ ਦੇਣ ਵਾਲੀ ਨੀਂਦ ਤੇਰੀ ਕਿੱਦਾਂ ਮੁੱਕ ਗਈ? ਇਹਦੀ ਕਿਰਪਾ ਹੋਈ। ਇਹ ਸਖੀ
हे मेरी सहेली मैनू दस, मेरा भी चित करता मेरा जिंदगी तेरे बारे की बनता है। गुरु अर्जन देव पातशाह जी ने उत्थे समझाया है, कहते मोह मलन नींद ते छुटकी कौन अनुग्रह, किहदी कृपा हो गई, किहदी बख्शिश हुई, अनुग्रह क्यों हो रही। महा मोहनी तुद ना व्यापे, मन नू मोह लैन वाली माया तेरे नेड़े ही नहीं टुकदी। जिन्हें हर वेले सारिਆਂ ਨੂੰ ਕਾਬੂ ਚ ਕੀਤਾ ਹੋਇਆ ਸੀ, ਉਹ ਸਾਰੇ ਤੇਰੇ ਤੋਂ ਦੂਰ ਚਲੇ ਗਈ। ਤੇਰਾ ਆਲਸ ਕਹਾਂ ਗਿਓ ਰੀ, ਕਿੱਥੇ ਗਿਆ ਆਲਸ ਪਰਮੇਸ਼ਰ ਦੇ ਨਾਮ ਜਪਣ ਦਾ। ਪਹਿਲਾਂ ਤਾਂ ਤੇਰਾ ਚੇਤੀ ਨਹੀਂ ਸੀ ਕਰਦਾ, ਨੀਂਦ ਤੈਨੂੰ ਉੱਠਣੀ ਨਹੀਂ ਸੀ ਦਿੰਦੀ, ਹੁਣ ਕਿਵੇਂ ਗੁਰੂ ਦੀ ਯਾਦ ਵਿੱਚ ਜੁੜ ਗਿਆ। ਅਖੀਰ ਤੇ ਸਤਿਗੁਰ ਕਹਿੰਦੇ ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਕਰ ਕਿਰਪਾ ਮਿਹਰ ਦੀ ਨਜ਼ਰ ਨਾਲ ਮੈਨੂੰ ਤੱਕਿਆ, ਗੁਰੂ ਨੇ ਮੈਨੂੰ ਆਪਣੇ ਨਾਲ ਜੋੜ ਲਿਆ। ਤੇ ਗੁਰੂ ਨੇ ਕੀ ਦਿੱਤਾ? ਸ਼ਬਦ। ਗੁਰੂ ਨੇ ਕੀ ਦਿੱਤਾ? ਸਿੱਖਿਆ। ਗੁਰੂ ਨੇ ਦਿੱਤਾ ਅਧਿਆਤਮਿਕਵਾਦ। ਗੁਰੂ ਨੇ ਦਿੱਤੇ ਆਪਣੇ ਵਿਚਾਰ। ਕਹਿੰਦੇ ਗੁਰੂ ਦੀ ਕਿਰਪਾ ਹੋਈ, ਉਹਨੇ ਮੇਰੇ ਤੇ ਰਹਿਮਤ ਕੀਤੀ, ਉਹਨੇ ਮਿਹਰ ਦੀ ਨਜ਼ਰ ਨਾਲ ਮੈਨੂੰ ਦੇਖਿਆ। ਤੇ ਇਹ ਕਾਮ ਕ੍ਰੋਧ ਜਿਹੜੇ ਬੜੇ ਦੁੱਖ ਦਿੰਦੇ ਸਨ, ਇਹ ਹਟ ਗਏ, ਇਹ ਟੁੱਟ ਗਏ। ਕਮਾਲ ਦੀ ਬਾਤ ਹੈ, ਗੁਰੂ ਪਾਤਸ਼ਾਹ ਕਿੰਨੀ ਸੋਹਣੀ ਗੱਲ ਸਾਨੂੰ ਸਮਝਾਉਂਦੇ ਨੇ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓ ਰੀ। ਕਿਵੇਂ ਛੁੱਟਿਆ ਸੀ? ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਉਹਨੇ ਮੈਨੂੰ ਪ੍ਰੇਮਾ ਭਗਤੀ ਦੀ ਦਾਤ ਦਿੱਤੀ, ਭਗਤੀ ਪ੍ਰੇਮ ਦੀ, ਉਹਦੇ ਨਾਲ ਜੁੜਨ ਦੀ ਗੱਲ ਸਮਝਾ ਦਿੱਤੀ। ਮੇਰੇ ਨਾਲ ਮੈਨੂੰ ਗੁਰਸਿੱਖਾਂ ਦੀ ਸੰਗਤ ਦਿੱਤੀ। ਗੁਰੂ ਨੇ ਬਖਸ਼ਿਸ਼ ਕੀਤਾ ਸਾਧ ਸੰਗਤ। ਗੁਰੂ ਨੇ ਕੀ ਬਖਸ਼ਿਆ? ਭਗਤੀ ਦੀ ਦਾਤ, ਸ਼ਬਦ ਦਿੱਤਾ। ਭਗਤ ਕੀ ਹੈ? ਭਗਤੀ ਕੀ ਹੈ? ਸ਼ਬਦ ਦੀ। ਇਹ ਗੱਲ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਗੁਰ ਦਾ ਸ਼ਬਦ ਜਿਹੜਾ ਹੈ ਹਿਰਦੇ 'ਚ ਵਸ ਜਾਂਦਾ ਹੈ ਜੋਗੀ, ਕਿ ਕਾਮ ਕ੍ਰੋਧ ਸਾਰੇ ਹੀ ਦੂਰ ਹੋ ਜਾਂਦੇ ਹਨ। ਦੇਖੋ ਜਿੰਨੀ ਦੇਰ ਤੱਕ ਇਹਨਾਂ ਦਾ ਵਾਸਾ ਹੈ, ਉਨੀ ਦੇਰ ਤੱਕ ਇਹ ਗੱਲ ਬਣਨੀ ਨਹੀਂ। ਮੈਨੂੰ ਤਾਂ ਗੁਰੂ ਦੇ ਸ਼ਬਦ ਦਾ ਲਗਾਤਾਰ ਜੋ ਜਿਹੜੇ ਮੈਂ ਅੰਦਰ ਚੱਲ ਰਿਹਾ, ਮੈਨੂੰ ਇੱਕ ਗੱਲ ਸਮਝ ਆ ਗਈ ਹੈ ਕਿ ਮੇਰਾ ਵਾਹਿਗੁਰੂ, ਮੇਰਾ ਸੱਚੇ ਪਾਤਸ਼ਾਹ, ਮੇਰਾ ਪਰਮੇਸ਼ਰ ਹਰ ਜਗ੍ਹਾ ਦੇ ਉੱਤੇ ਹੀ ਹੈ, ਤੁਹਾਡੇ ਵਾਂਗੂ ਜੰਗਲਾਂ ਵਿੱਚ ਨਹੀਂ। ਇਹ ਗੱਲ ਮੈਨੂੰ ਸਮਝ ਕੀ ਆਈ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀਓ। ਕਿ ਮੈਂ ਤਾਂ ਹਰ ਥਾਂ ਤੇਰਾ ਹੀ ਵਾਸਾ ਦੇਖਦਾ। ਇਹ ਗੱਲ ਮੇਰੀ ਸੋਚ ਬੜੀ ਵੱਡੀ ਹੋ ਗਈ ਹੈ। ਇਹਦੇ ਨਾਲ ਹੁਣ ਮੇਰੇ ਅੰਦਰੋਂ ਜਦੋਂ ਸੋਚ ਵੱਡੀ ਹੋ ਜਾਏ, ਫਿਰ ਇਨਸਾਨ ਦੀ ਮਮਤਾ ਮੁੱਕ ਜਾਂਦੀ ਹੈ, ਫਿਰ ਮੇਰੀ ਖਤਮ ਹੋ ਜਾਂਦੀ ਹੈ। ਫਿਰ ਕਾਮ ਕ੍ਰੋਧ ਅਹੰਕਾਰ ਨਿਵਾਰੇ, ਗੁਰੂ ਕੈ ਸ਼ਬਦ ਸੋ ਸਮਝ ਪਰੀ। ਗੁਰੂ ਪਾਤਸ਼ਾਹ ਕਹਿੰਦੇ ਸਮਝ ਆ ਗਈ। ਇਹ ਨਹੀਂ ਹੋ ਸਕਦਾ ਇਨਸਾਨ ਇਹਨਾਂ ਵਿਕਾਰਾਂ ਦੇ ਵੱਸ ਵੀ ਰਹੇ ਤੇ ਪਰਮੇਸ਼ਰ ਦੇ ਨਾਲ ਮਿਲਾਪ ਵੀ ਕਰੇ। ਪਰਮੇਸ਼ਰ ਦੇ ਨਾਲ ਮਿਲਾਪ ਕਰਨ ਲਈ ਉਹਨੂੰ ਇਹਨਾਂ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਅਧਿਆਤਮਿਕਵਾਦ ਇਹ ਗੱਲ ਸਮਝਾਉਂਦਾ ਹੈ। ਭਗਤ ਕਬੀਰ ਜੀ ਨੇ ਵੀ ਇਹ ਗੱਲ ਸਾਨੂੰ ਸਮਝਾਈ ਹੈ। ਕਹਿੰਦੇ ਨੇ ਭਗਤ ਕਬੀਰ ਜੀ, ਕਹਿੰਦੇ ਨੇ ਪੰਚ ਮਨਾਏ, ਪੰਚ ਰਸਾਏ, ਪੰਚ ਵਸਾਏ, ਪੰਚ ਗਵਾਏ, ਇਨ ਬਿਦ ਨਗਰ ਉਠਾ ਮੇਰੇ ਭਾਈ। ਇਨ ਬਿਦ ਨਗਰ ਉਠਾ ਮੇਰੇ ਭਾਈ। ਪੰਜ ਮਨਾਉਣੇ, ਪੰਜ ਨਾਰਾਜ਼ ਕਰਨੇ। ਕਿਹੜੇ? ਸੱਚ, ਸੰਜਮ, ਦਇਆ, ਧਰਮ, ਸੰਤੋਖ। ਇਹਨਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ। ਮਨਾਉਣ ਦਾ ਅਰਥ ਕੀ ਹੈ? ਅੰਦਰ ਵਸਾਉਣਾ। ਤੇ ਰਸਾਉਣਾ ਕਿਹਨੂੰ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਦ ਤੱਕ ਇਹ ਹਟਦੇ ਨਹੀਂ, ਇਹਨਾਂ ਤੇ ਕਾਬੂ ਨਹੀਂ ਆਉਂਦਾ, ਗੁਰੂ ਪਾਤਸ਼ਾਹ ਕਹਿੰਦੇ ਹਿਰਦੇ ਦੀ ਨਗਰੀ ਦੇ ਉੱਤੇ ਕਦੇ ਵੀ ਖੇੜਾ ਨਹੀਂ ਆ ਸਕਦਾ। ਹਿਰਦੇ ਦੀ ਨਗਰੀ ਤੇ ਖੇੜਾ ਲਿਆਉਣ ਲਈ ਇਹਨਾਂ ਨੂੰ ਕਾਬੂ ਚ ਕਰਨਾ ਜ਼ਰੂਰੀ ਹੈ। ਜੋ ਕਿ ਦੇਖ ਇਹ ਕਾਬੂ ਵਿੱਚ ਕਿਵੇਂ ਆਏ? ਇਸ ਤਰੀਕੇ ਨਾਲ ਆਏ ਕਿ ਗੁਰੂ ਦਾ ਸ਼ਬਦ ਜਿਹੜਾ ਹੈ ਮੇਰੇ ਹਿਰਦੇ ਚ ਵਸ ਗਿਆ। ਗੁਰੂ ਦੇ ਸ਼ਬਦ ਨਾਲ ਹੀ ਇਹ ਕਾਬੂ ਆਉਣੇ। ਕਿਹੜੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਗੁਣ ਦਿੱਤੇ। ਔਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਵਿੱਚ ਆ ਗਏ। ਸਤਿਗੁਰੂ ਜੀ ਕਹਿੰਦੇ ਨੇ ਜੋ ਕਿ ਕਾਮ ਕ੍ਰੋਧ ਅਹੰਕਾਰ ਨਿਵਾਰੈ,
ਗੁਰ ਕੈ ਸ਼ਬਦ ਸੋ ਸਮਝ ਪਰੀ। ਜਿਹੜਾ ਮਨੁੱਖ ਸ਼ਬਦ ਨੂੰ ਮਨ ਵਿੱਚ ਵਸਾਉਂਦਾ ਹੈ, ਆਪਣੀ ਹਉਮੈ ਤੇ ਮਮਤਾ ਨੂੰ ਦੂਰ ਕਰ ਲੈਂਦਾ, ਕਾਮ ਕ੍ਰੋਧ ਤੇ ਹੰਕਾਰ ਮਿਟ ਜਾਂਦਾ ਹੈ। ਗੁਰੂ ਦੇ ਸ਼ਬਦ ਰਾਹੀਂ ਉਹਦੀ ਉਹ ਸਾਰੀ ਇਹ ਸੋਹਣੀ ਸਮਝ ਉਹਨੂੰ ਪੱਲੇ 'ਚ ਪੈ ਜਾਂਦੀ। ਹੁਣ ਸਤਿਗੁਰੂ ਜੀ ਕਹਿੰਦੇ, ਖਿੰਥਾ ਝੋਲੀ ਭਰਪੂਰ ਰਿਹਾ, ਨਾਨਕ ਤਾਰੇ ਏਕ ਹਰੀ। ਦੇਖ ਜੋਗੀ, ਤੂੰ ਕਹਿੰਦਾ ਖਿੰਥਾ, ਤੂੰ ਕਹਿੰਦਾ ਝੋਲੀ, ਇਹ ਚੀਜ਼ਾਂ ਰੱਖ ਲੈ, ਪਰ ਮੇਰੇ ਤਾਂ ਇਹ ਗੱਲ ਹਰ ਥਾਂ ਤੇ ਵਸਦੇ ਹੋਏ ਪਰਮੇਸ਼ਰ, ਭਰਪੂਰ ਦਾ ਅਰਥ ਹੈ ਹਰ ਥਾਂ ਤੇ ਵਸਦਾ ਹੈ ਪਰਮੇਸ਼ਰ, ਸਭ ਥਾਂ ਮੌਜੂਦ ਹੋਵੇ, ਜਿਹੜਾ ਹਰ ਜਗ੍ਹਾ, ਜਿਹੜਾ ਇੱਥੇ ਵੀ ਹੈ, ਤੁਹਾਡੇ ਕੋਲ ਵੀ ਹੈ, ਮੇਰੇ ਕੋਲ ਵੀ ਹੈ। ਪਰਮੇਸ਼ਰ ਹਰ ਥਾਂ ਮੌਜੂਦ ਹੈ। ਨਹੀਂ ਦਿਸਦਾ ਕਿ ਸਾਡੇ ਅੰਦਰ ਕੋਈ ਕਮੀ ਨਹੀਂ ਹੈ, ਸਾਡੇ ਅੰਦਰ ਕਮਜ਼ੋਰੀ ਹੈ, ਸਾਡੇ ਅੰਦਰ ਕੋਈ ਨੁਕਸ ਹੈ। ਪਰਮੇਸ਼ਰ ਦੇ ਵਿੱਚ ਉਹ ਤਾਂ ਸਰਵ ਵਿਆਪਕ ਹੈ। ਅਸੀਂ ਪਹਿਲੇ ਪੜ੍ਹਿਆ, ਸਰਵ ਵਿਆਪਕ ਹੈ, ਹਰ ਥਾਂ ਮੌਜੂਦ ਹੈ। ਪਰਮੇਸ਼ਰ ਹਰ ਥਾਂ ਹੈ। ਦਿਸਦਾ ਕਿਹਨੂੰ ਹੈ? ਉਸ ਮਨੁੱਖ ਨੂੰ ਦਿਸ ਪੈਂਦਾ ਹੈ ਜਿਹੜਾ ਸੱਚੇ ਸਿਰਜਣਹਾਰ ਨਾਲ ਜੁੜ ਜਾਂਦਾ, ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ। ਜਿੱਥੇ ਹੋ ਜਾਈ, ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਕੀਤੀ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀ, ਕਿ ਤੂੰ ਸਾਰੇ ਥਾਂ ਤੇ ਮੌਜੂਦ ਹੈ। ਇਹ ਨਹੀਂ ਕੋਈ ਜਗ੍ਹਾ ਇਹੋ ਜਿਹੀ ਜਿੱਥੇ ਤੂੰ ਨਹੀਂ ਮੌਜੂਦ। ਉਹ ਭਰਪੂਰ ਹੈ, ਸਰਵ ਵਿਆਪਕ ਹੈ, ਹਰ ਥਾਂ ਤੇ ਵਸਿਆ ਹੋਇਆ ਹੈ। ਪਰਮੇਸ਼ਰ ਨੂੰ ਸਰਵ ਵਿਆਪਕ ਮੰਨਣਾ ਹੀ ਇਹ ਮਨੁੱਖ ਦੀ ਗੋਦੜੀ ਤੇ ਝੋਲੀ ਹੈ। ਜੋ ਕਿ ਦੇਖ, ਇਹ ਝੋਲੀਆਂ ਰੱਖਣ ਦੀ ਲੋੜ ਨਹੀਂ ਹੈ। ਪਰਮੇਸ਼ਰ ਨੂੰ ਸਰਵ ਵਿਆਪਕ ਮੰਨ ਲੈਣਾ, ਸਮਝ ਲੈਣਾ, ਸਮਝ ਆ ਜਾਣੀ ਕਿ ਪਰਮੇਸ਼ਰ ਹਰ ਥਾਂ ਸਭਨੀ ਥਾਂ ਮੌਜੂਦ ਹੈ। ਅਸਲ ਵਿੱਚ ਗੋਦੜੀ ਤੇ ਝੋਲੀ ਇਹੋ ਹੀ ਹੈ। ਫਿਰ ਸਤਿਗੁਰੂ ਜੀ ਕਹਿੰਦੇ, ਨਾਨਕ ਤਾਰੇ ਏਕ ਹਰੀ। ਉਹਨਾਂ ਨੂੰ ਗੱਲ ਸਮਝ ਆ ਜਾਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਬਈ ਤਾਰਨ ਵਾਲਾ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਹੀ ਹੈ। ਦੁਨੀਆ ਦੇ ਮਾਇਆ ਦੀਆਂ ਸੱਟਾਂ ਤੋਂ, ਮਾਇਆ ਦੀ ਪਕੜ ਤੋਂ ਜੇ ਕੋਈ ਬਚਾ ਸਕਦਾ ਹੈ ਤੇ ਕੋਈ ਤਾਕਤ ਹੈ। ਫਿਰ ਉਹਦੇ ਅੱਗੇ ਤਰਲਾ ਕਰ, ਮਿਹਨਤ ਕਰ, ਜੁਗਦੜੀ ਕਰਨੀ ਚਾਹੀਦੀ ਹੈ। ਰੋਜ਼ ਕਰਨੀ ਚਾਹੀਦੀ ਹੈ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਹਰ ਪਲ ਕਰਦੇ ਰਹਿਣਾ ਚਾਹੀਦਾ। ਹੈ ਵਾਹਿਗੁਰੂ ਜੀਓ, ਇਹਨਾਂ ਵਿਕਾਰਾਂ ਦੀਆਂ ਚੋਟਾਂ ਤੋਂ ਮੈਨੂੰ ਬਚਾ ਕੇ ਰੱਖ। ਤੇ ਜਦੋਂ ਇਹ ਚੋਟਾਂ ਤੋਂ ਬਚ ਜਾਂਦਾ ਹੈ, ਫਿਰ ਜਿਨ੍ਹਾਂ ਗੱਲਾਂ ਦੀ ਬੜੀ ਚਿੰਤਾ ਹੁੰਦੀ ਸੀ, ਸਭ ਮੁੱਕ ਜਾਂਦੀ ਹੈ। ਹਿਰਦੇ ਦਾ ਕਮਲ ਰੂਪੀ ਫੁੱਲ ਖਿੜ ਜਾਂਦਾ, ਅੰਦਰ ਆਨੰਦ ਬਣ ਜਾਂਦਾ ਜਦੋਂ ਇਹ ਗੱਲ ਸਮਝ ਆ ਜਾਂਦੀ ਹੈ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ, ਸਹਿਜ ਸੈਨ ਅਰ ਸੂਖਮਨ ਨਾਰੀ, ਊਂਦ ਕਮਲ ਵਿਕਸਿਆ। ਦੇਖੋ ਅਚਰਜ ਪਿਆ, ਜਿਸ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੇ ਗੁਰ ਦਿਆ। ਜੋ ਇਹ ਦੂਤ ਮੋਹਿ ਬਹੁਤ ਸੰਤਾਂਬਤ, ਤੇ ਭਿਆਨਕ ਭਿਆ, ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੱਲ ਸਮਝਾਉਂਦੇ ਨੇ, ਕਹਿੰਦੇ ਇਹ ਪੰਜ ਮੇਰੇ ਮਗਰ ਮੈਨੂੰ ਦੜਾਉਂਦੇ ਸੀ। ਅੱਗੇ ਮੈਂ ਇਹਨਾਂ ਦੇ ਅਧੀਨ ਸੀ ਤੇ ਮੈਨੂੰ ਇਹਨਾਂ ਨੇ ਅੱਗੇ ਲਾਇਆ ਸੀ, ਜਿਵੇਂ ਕਹਿੰਦੇ ਸੀ ਮੈਂ ਉਹ ਕਰਦਾ ਸੀ। ਜੋਏ ਦੂਤ ਮੋਹਿ ਬਹੁਤ ਸੰਤਾਵਤ, ਹੁਣ ਕੀ ਹੋਇਆ? ਤੇ ਭਿਆਨਕ ਪਿਆ, ਡਰ ਗਏ ਮੇਰੇ ਕੋਲੋਂ। ਤੇ ਮੇਰੇ ਅੱਗੇ ਕਰਦੇ ਕੀ ਨੇ? ਕਰੇ ਬੇਨਤੀ ਰਾਖ ਠਾਕੁਰ ਤੇ ਤਰਲਾ ਮੇਰਾ ਕਰਦੇ ਹੋ, ਸਾਨੂੰ ਵੀ ਰੱਬ ਤੋਂ ਬਚਾ, ਰੱਬ ਦੀ ਕਰੋਪੀ ਤੋਂ ਬਚਾ ਕੇ ਰੱਖ। ਅਸੀਂ ਤੇਰੀ ਸ਼ਰਨ ਵਿੱਚ ਆਏ, ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ। ਸਤ ਸੰਗਤ, ਇਹ ਜਿਹੜੇ ਜਗਤ ਦੇ ਪੰਜ ਸਿਕਦਾਰ ਹਨ, ਇਹ ਪਰਮੇਸ਼ਰ ਦੇ ਭਗਤ ਦੇ ਪਾਣੀ ਭਰਦੇ ਨੇ। ਖਿਆਲ ਕਰਨਾ, ਇਹ ਜਗਤ ਦੇ ਪੰਜ ਸਿਕਦਾਰ ਚੌਧਰੀ, ਜਿਨ੍ਹਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸੀਂ ਕਹਿੰਦੇ ਆ, ਇਸ ਜਗਤ ਕੇ ਪੰਜ ਸਿਕਦਾਰ ਰਾਮ ਭਗਤ ਕੇ ਪਾਣੀ ਹਾਰ, ਉਹਦਾ ਪਾਣੀ ਭਰਦੇ ਨੇ, ਉਹਦਾ ਗੁਲਾਮੀ ਕਰ ਲੈਂਦੇ ਆ, ਉਹਦੇ ਅਧੀਨ ਹੋ ਜਾਂਦੇ। ਪਾਣੀ ਭਰਨ ਦਾ ਕੀ ਹੈ?
ਉਹਦੇ ਅਧੀਨ ਹੋ ਜਾਣਾ, ਗੁਲਾਮ ਹੋ ਜਾਣਾ। ਅਸੀਂ ਕਹਿੰਦੇ ਨੇ ਫਲਾਣਾ ਪਾਣੀ ਭਰਦਾ ਉਹਦਾ ਤਾਂ ਬਈ ਭਾਵ ਉਹਦਾ ਹਰ ਗੱਲ ਮੰਨਦਾ। ਇਹ ਪੰਜ ਸਿਕਦਾਰ ਚੌਧਰੀ ਜਿਹੜੇ ਨੇ ਸੰਸਾਰ, ਜਿਨ੍ਹਾਂ ਨੇ ਸੰਸਾਰ ਨੂੰ ਅੱਗੇ ਅੱਗੇ ਲਾਇਆ ਹੋਇਆ, ਇਹ ਪਰਮੇਸ਼ਰ ਦੇ ਭਗਤ ਦੀ ਬੰਦਗੀ ਕਰਨ ਵਾਲੇ ਦਾ ਤਾਂ ਪਾਣੀ ਭਰਦਾ, ਭਾਵ ਉਹਦੇ ਗੁਲਾਮ ਹੋ ਜਾਂਦੇ, ਹੁਕਮ ਵਿੱਚ ਆ ਜਾਂਦੇ ਆ। ਇਹ ਗੱਲ ਹੀ ਸਤਿਗੁਰੂ ਕਹਿੰਦੇ ਨੇ ਸਾਨੂੰ ਸਮਝ ਆ ਗਈ ਤਾਂ ਗੁਰੂ ਦੇ ਸ਼ਬਦ ਰਾਹੀਂ ਵੀ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਾਚਾ ਸਾਹਿਬ, ਉਹਦੀ ਵਡਿਆਈ ਵੀ ਸੱਚੀ ਹੈ, ਉਹ ਵੀ ਸਦਾ ਕਾਇਮ ਰਹਿਣ ਵਾਲੀ ਹੈ। ਇਹ ਵੀ ਗੱਲ ਸਮਝ ਆ ਗਈ, ਨਾਨਕ ਤਾਰੇ ਏਕ ਹਰੀ, ਕਿ ਸੰਸਾਰ ਦੀ ਇਸ ਭਟਕਣਾ ਤੋਂ ਬਚਾਉਣ ਲਈ ਕੇਵਲ ਪਰਮੇਸ਼ਰ ਹੀ ਹੈ, ਹੋਰ ਕੋਈ ਬਚਾ ਵੀ ਨਹੀਂ ਸਕਦਾ, ਕੇਵਲ ਪਰਮੇਸ਼ਰ ਹੀ ਬਚਾ ਸਕਦਾ। ਇਹ ਵੀ ਗੱਲ ਸਾਨੂੰ ਸਮਝ ਆ ਗਈ, ਕਿਉਂਕਿ ਹੁਣ ਮੈਨੂੰ ਇਹ ਬਾਹਰਲਾ ਤੇਰਾ ਭੇਖ ਧਰਨ ਦੀ ਲੋੜ ਨਹੀਂ ਹੈ, ਹੁਣ ਮੈਨੂੰ ਇਹ ਗੱਲ ਸਮਝ ਆ ਚੁੱਕੀ ਹੈ। ਸਤਿਗੁਰੂ ਨੇ ਆਪਣੇ ਮਤ ਦੀ ਗੱਲ ਦੱਸੀ ਕਿ ਅਸਲ ਵਿੱਚ ਲਗਾਤਾਰ ਗੁਰੂ ਦੇ ਸ਼ਬਦ ਨਾਲ ਜੁੜੇ ਰਹਿਣਾ, ਸ਼ਬਦ ਦੇ ਨਾਲ ਪ੍ਰੀਤ ਪਾਉਣੀ, ਸ਼ਬਦ ਨਾਲ ਪਿਆਰ ਕਰਨਾ, ਸ਼ਬਦ ਦੀ ਕਮਾਈ ਕਰਨੀ, ਸ਼ਬਦ ਨੂੰ ਸਮਝਣਾ, ਪੜ੍ਹਨਾ, ਵਿਚਾਰਨਾ, ਹਿਰਦੇ 'ਚ ਵਸਾਉਣਾ। ਇਹਨਾਂ ਨਾਲ ਫਿਰ ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ। ਜਿਹੜੀਆਂ ਰੁਕਾਵਟਾਂ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਖਤਮ ਹੋ ਜਾਂਦੇ ਨੇ। ਹਰ ਜਗ੍ਹਾ ਤੇ ਵਸਦਾ ਹੋਇਆ ਪਰਮੇਸ਼ਰ ਨਜ਼ਰ ਆਉਂਦਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਪਰਮੇਸ਼ਰ, ਉਹਦੀ ਵਡਿਆਈ ਵੀ ਸੱਚੀ ਹੈ। ਉਹ ਵਡਿਆਈ ਸੱਚੀ ਹੋਣ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਮੈਨੂੰ ਸਮਝ ਆ ਗਈ ਕਿ ਉਸ ਤੋਂ ਬਿਨਾਂ ਹੋਰ ਕੋਈ ਤਾਕਤ ਹੈ। ਅਗਲੀ ਪੌੜੀ 'ਚ ਸਤਿਗੁਰੂ ਜੀ ਕਹਿੰਦੇ, ਊਂਦੋ ਖੱਪਰ ਪੰਚ ਭੂਟ ਟੋਪੀ, ਆਇਆ ਕੜਾਸਨ ਮਨ ਜੋਗੋਟੀ। ਊਂਦੂ ਖੱਪਰ ਪੰਚ ਭੂਟ ਟੋਪੀ, ਕਾਇਆ ਕੜਾਸਨ ਮਨ ਜਾਗੋਟੀ। ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸਮਾਲ। ਹੁਣ ਇੱਥੇ ਜਿਹੜਾ ਸਵਾਲ 9ਵੀਂ ਪੌੜੀ ਦੇ ਵਿੱਚ ਕੀਤਾ ਸੀ ਲੋਹਾ ਰੀਪਾ ਨੇ ਜਾਂ ਜੋਗੀਆਂ ਨੇ, ਇੱਥੇ ਆ ਕੇ ਉਹਦਾ ਜਵਾਬ ਇੱਥੇ ਤੱਕ ਚੱਲਦਾ, ਇਸ ਪੌੜੀ ਤੱਕ, 10ਵੀਂ ਤੇ 11ਵੀਂ ਪੌੜੀ ਲਗਾਤਾਰ ਉਹਦਾ ਜਵਾਬ ਦੇ ਰਹੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਹੁਣ ਕਹਿੰਦੇ, ਜੋਗੀ ਤੁਸੀਂ ਕਹਿੰਦੇ ਹੋ ਖੱਪਰ ਰੱਖੋ, ਤੇ ਕਮਾਲ ਹੋ ਗਈ, ਮੇਰਾ ਤਾਂ ਖੱਪਰ ਜਿਹੜਾ ਉਹ ਉਲਟਾ ਹੋ ਗਿਆ। ਖੱਪਰ ਉਲਟਾ ਹੋਣ ਦਾ ਕੀ ਭਾਵ ਹੈ? ਭਾਵ ਮੇਰੀਆਂ ਖਾਸ਼ਾਂ ਹੀ ਮੁੱਕ ਗਈਆਂ। ਤੁਹਾਡੇ ਅੰਦਰ ਖਾਸ਼ ਹੈ ਮੰਗਣ ਦੀ, ਤੁਹਾਡੇ ਅੰਦਰ ਖਾਸ਼ ਹੈ, ਤੁਹਾਨੂੰ ਵਿਸ਼ਵਾਸ ਭਰੋਸਾ ਨਹੀਂ ਹੈ ਕਿ ਮੇਰੇ ਮਾਲਕ ਨੇ ਮੈਨੂੰ ਦੇਣਾ ਕਿ ਨਹੀਂ ਦੇਣਾ। ਦੁਨੀਆ ਦੀਆਂ ਖਾਸ਼ਾਂ ਦਾ, ਆਸਾਂ ਦਾ ਫੁਰਨੇ ਹੀ ਬੰਦ ਹੋ ਗਏ। ਮੈਂ ਤਾਂ ਖੱਪਰ ਹੀ ਪੁੱਠਾ ਮੁੱਦਾ ਪਾਤਾ। ਤੇ ਭਾਂਡਾ ਜਦੋਂ ਮੁੱਦਾ ਹੋ ਗਿਆ, ਉਹਦੇ 'ਚ ਫਿਰ ਚੀਜ਼ ਪੈਣੀ ਨਹੀਂ। ਊਂਦੂ ਦਾ ਅਰਥ ਹੈ ਉਲਟਾ ਹੋਇਆ, ਭਾਵ ਸੰਸਾਰ ਦੀਆਂ ਖਾਸ਼ਾਂ ਵੱਲੋਂ ਮੁੜਿਆ ਹੋਇਆ, ਆਸਾ ਮਨਸਾ ਤ੍ਰਿਸ਼ਨਾ ਵੱਲੋਂ ਜਿਹੜਾ ਮਨ ਕਾਬੂ 'ਚ ਆ ਜਾਏ। ਹੁਣ ਆਸਾ ਮਨਸਾ ਤ੍ਰਿਸ਼ਨਾ ਚੀਜ਼ ਕੀ ਹੈ? ਬਾਰ-ਬਾਰ ਗੁਰਬਾਣੀ 'ਚ ਲਫ਼ਜ਼ ਆਏ ਨੇ, ਸਿਰਫ ਇੱਕ ਲਾਈਨ 'ਚ ਆਪਾਂ ਇਹ ਗੱਲ ਕਰ ਲਈਏ। ਕਿਸੇ ਚੀਜ਼ ਦੀ ਪ੍ਰਾਪਤੀ ਲਈ ਅੰਦਰ ਸੰਕਲਪ ਹੋਣਾ, ਸੰਕਲਪ ਜਦ ਫੁਰਦਾ ਨਾ, ਉਦੋਂ ਉਹਨੂੰ ਕਹਿੰਦੇ ਆ ਮਨਸਾ ਹੈ। ਅਜੇ ਕੁਛ ਨਹੀਂ ਹੋਇਆ, ਅੰਦਰ ਸੰਕਲਪ ਜਿਹਾ ਹੋਇਆ, ਬਸ ਮਨ ਨੇ ਸੰਕਲਪ ਕੀਤਾ ਉਹਦੀ ਪ੍ਰਾਪਤੀ ਲਈ। ਉਸ ਚੀਜ਼ ਦੀ ਪ੍ਰਾਪਤੀ ਲਈ ਜਦੋਂ ਇੱਛਾ ਹੋ ਜਾਂਦੀ ਹੈ, ਉਹਨੂੰ ਫਿਰ ਆਸਾ ਕਹਿੰਦੇ ਨੇ। ਆਸਾ ਮਨਸਾ ਦੀ ਗੱਲ ਹੈ ਨਾ, ਸਗਲ ਤਿਆਗੇ ਦੀ ਗੱਲ ਹੈ ਨਾ। ਕਿਸੇ ਚੀਜ਼ ਦੀ ਪ੍ਰਾਪਤੀ ਲਈ ਜਦੋਂ ਫਿਰ ਇੱਛਾ ਹੋ ਜਾਂਦੀ ਹੈ ਵੀ ਨਹੀਂ ਇਹ ਚੀਜ਼ ਹੋਣੀ ਚਾਹੀਦੀ ਹੈ, ਉਹਨੂੰ ਆਸਾ ਕਹਿੰਦੇ ਨੇ। ਤੇ ਫਿਰ ਜਦੋਂ ਆਸਾ ਤੋਂ ਬਾਅਦ ਉਹਦੀ ਪ੍ਰਾਪਤੀ ਦੇ ਅੰਦਰ ਕੜਵੀ ਜਾਣਾ, ਹਰ ਵੇਲੇ ਮਨ ਦਾ ਕ੍ਰਿਜੀ ਜਾਣਾ, ਜਾਇਜ਼ ਤੇ ਨਜਾਇਜ਼ ਤਰੀਕੇ ਲੈ ਕੇ ਵੀ ਉਹ ਮਨ ਉਸ ਚੀਜ਼ ਨੂੰ ਹਾਸਲ ਕਰਨ ਦੀ ਗੱਲ ਸੋਚਣੀ, ਉਹਨੂੰ ਤ੍ਰਿਸ਼ਨਾ ਕਹਿੰਦੇ ਨੇ। ਆਸਾ ਮਨਸਾ ਤੇ ਤ੍ਰਿਸ਼ਨਾ, ਤਿੰਨ ਚੀਜ਼ਾਂ ਗੁਰਬਾਣੀ ਵਿੱਚ ਆਈਆਂ। ਇਹਨਾਂ ਤਿੰਨਾਂ ਦਾ ਸਿਰਫ ਇੰਨਾ ਕੁ ਵੇਰਵਾ ਹੈ, ਆਪਾਂ ਛੋਟੀ ਜਿਹੀ ਗੱਲ ਕੀਤੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਮੇਰਾ ਤਾਂ ਉੱਪਰ ਹੋ ਗਿਆ ਮੁੱਦਾ, ਨਾ ਹੀ ਮਨਸਾ ਅੰਦਰ ਪੈਦਾ ਹੁੰਦੀ ਹੈ, ਨਾ ਮਨਸਾ ਪੈਦਾ ਨਹੀਂ ਹੋਈ, ਸੁਰਨਾ ਹੀ ਨਹੀਂ, ਸੰਕਲਪ ਹੀ ਨਹੀਂ ਹੋਇਆ, ਅੰਦਰ ਸੰਕਲਪ ਨਹੀਂ ਮਨ ਨੇ ਕੀਤਾ, ਹੁਣ ਮੇਰੀ ਇੱਛਾ ਹੀ ਨਹੀਂ ਹੋਣੀ। ਜੋ ਇੱਛਾ ਹੀ ਨਹੀਂ ਹੋਈ ਤਾਂ ਤ੍ਰਿਸ਼ਨਾ ਹੋਣੀ ਨਹੀਂ।
ਭਾਵ ਮੇਰਾ ਖੱਪਰ ਜਿਹੜਾ ਹੈ ਸੰਸਾਰਕ ਖਾਸ਼ਾਂ ਤੋਂ ਪੁੱਠਾ ਹੋ ਗਿਆ। ਗੁਰੂ ਸਾਹਿਬ ਜੀ ਨੇ ਕਹਿੰਦੇ ਨੇ ਵੀ ਹੁਣ ਮੈਂ ਮੰਗਣ ਕਿਉਂ ਜਾਵਾਂ ਕਿਸੇ ਕੋਲੋਂ, ਮੈਨੂੰ ਤਾਂ ਮੰਗਣ ਜਾਣ ਦੀ ਲੋੜ ਹੀ ਨਹੀਂ। ਮੇਰਾ ਤਾਂ ਖੱਪਰ ਹੋ ਗਿਆ ਮੁੱਦਾ, ਮੇਰੀਆਂ ਲੋੜਾਂ ਮੁੱਕ ਗਈਆਂ, ਸੰਸਾਰਕ ਖਾਸ਼ਾਂ ਤੋਂ ਮੇਰਾ ਮਨ ਹਟ ਗਿਆ। ਭਾਂਡਾ ਸਿੱਧਾ ਹੋਵੇ ਤਾਂ ਉਹਦੇ ਚ ਕੁਛ ਪਵੇਗਾ, ਜੇ ਭਾਂਡਾ ਪੁੱਠਾ ਤਾਂ ਉਹਦੇ ਤਾਂ ਕੁਛ ਨਹੀਂ ਪੈਣਾ। ਉਹਦੇ ਭਾਂਡੇ ਕੱਛ ਨਾ ਸਮਾਵੇ, ਸਿੱਧੇ ਅੰਮ੍ਰਿਤ ਪਰੇ ਨਿਹਾਰ। ਗੁਰੂ ਪਾਤਸ਼ਾਹ ਜੀ ਨੇ ਗੱਲ ਸਮਝਾ ਦਿੱਤੀ। ਕਹਿੰਦੇ ਦੇਖ, ਪੁੱਠੇ ਭਾਂਡੇ 'ਚ ਕੁਛ ਨਹੀਂ ਪੈਣਾ। ਜਦ ਭਾਂਡਾ ਹੀ ਪੁੱਠਾ ਹੈ, ਆਸਾਂ ਤ੍ਰਿਸ਼ਨਾ ਦਾ ਕੰਮ ਹੀ ਹੈ, ਖਤਮ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਫਿਰ ਗੱਲ ਕੀ ਸਮਝਾਈ? ਕਹਿੰਦੇ ਇਸ ਭਾਂਡੇ 'ਚ ਕੁਛ ਨਹੀਂ ਪੈਣਾ। ਗੁਰੂ ਨਾਨਕ ਸਾਹਿਬ ਗੁਜਰੀ ਰਾਗ 'ਚ ਬਚਨ ਕਹਿੰਦੇ ਆ, ਉਹਦੇ ਭਾਂਡੇ ਕੱਛ ਨਾ ਸਮਾਵੇ, ਸਿੱਧੇ ਅੰਮ੍ਰਿਤ ਪਰੇ ਨਿਹਾਰ। ਸਿੱਧ ਸਮਾਧੀ ਅੰਤਰ ਜਾਂਚੇ, ਰਿੱਧ ਸਿੱਧ ਜਾਂਚ ਕਰੇ ਜੈਕਾਰ। ਕਹਿੰਦੇ ਨੇ ਦੇਖੋ, ਤੁਸੀਂ ਇਹ ਗੱਲਾਂ ਸਾਰੀਆਂ ਸੋਚਦੇ ਹੋ, ਕਈ ਢੰਗਾਂ ਨਾਲ ਤੁਸੀਂ ਇਹ ਗੱਲਾਂ ਲੱਭਦੇ ਹੋ, ਪਰ ਖਿਆਲ ਹੈ ਕਰ ਵੀ ਤੁਹਾਡੇ ਅਸਲ 'ਚ ਮਿਲਣ ਦੀ ਤਮੰਨਾ ਹੀ ਨਹੀਂ ਤੁਹਾਡੇ ਅੰਦਰ। ਮੇਰਾ ਸੰਸਾਰ ਦੀਆਂ ਖਾਸ਼ਾਂ ਤੋਂ ਮਨ ਟੁੱਟ ਗਿਆ। ਮੈਂ ਹੁਣ ਖੱਪਰ ਨਹੀਂ ਲੈਂਦਾ, ਇਹ ਖੱਪਰ ਮੈਂ ਹੱਥ 'ਚ ਫੜਦਾ ਨਹੀਂ। ਮੇਰੀ ਕਹਿੰਦੇ ਨੇ ਸੁਰਤ ਜਿਹੜੀ ਮੁੜ ਗਈ ਹੈ, ਇਹ ਸਮਝੋ ਸਮੇਚਰ ਸੰਸਾਰਕ ਖਾਸ਼ਾਂ ਵੱਲ ਸੁਰਤ ਦਾ ਮੁੜ ਜਾਣਾ ਹੀ ਮੇਰਾ ਖੱਪਰ ਹੈ। ਸਾਹਿਬ ਜੀ ਕਹਿੰਦੇ ਉਂਦੂ ਖੱਪਰ ਪੰਚ ਭੂ ਟੋਪੀ, ਪੰਚ ਭੂ ਟੋਪੀ। ਜੋਗੀ ਲੋਕ ਟੋਪੀ ਪਹਿਨਦੇ ਨੇ। ਪੰਚ ਭੂ ਪੰਜ ਤੱਤ ਨੇ ਜਿਨ੍ਹਾਂ ਤੋਂ ਸਰੀਰ ਬਣਦਾ ਹੈ। ਪੰਜ ਗੁਣ ਕਹਿ ਲਈਏ, ਪੰਜ ਤੱਤ ਕਹਿ ਲਈਏ, ਇਹਨਾਂ ਦੇ ਚੰਗੇ ਗੁਣ ਜਿਹੜੇ ਹਨ। ਜੋਗੀ ਲੋਕ ਟੋਪੀ ਪਹਿਨਦੇ ਨੇ, ਇਹਨਾਂ ਦੀ ਟੋਪੀ ਦਾ ਸਟਾਈਲ ਜਿਹੜਾ ਤਰੀਕਾ ਆ ਉਹ ਵੀ ਅਲੱਗ ਹੁੰਦਾ। ਇਹਨਾਂ ਦੀ ਟੋਪੀ ਕੰਨਾਂ ਤੋਂ ਹੇਠਾਂ ਤੱਕ ਇਸ ਤਰ੍ਹਾਂ ਹੁੰਦੀ ਹੈ, ਤਦ ਕਿ ਇਹ ਕਹਿਣ ਕੰਨਾਂ 'ਚ ਸਾਡੇ ਕੋਈ ਗੱਲ ਨਾ ਪਵੇ, ਬਾਹਰਲੀ ਗੱਲ ਨਾ ਸੁਣੇ। ਇਹਨਾਂ ਦੀ ਟੋਪੀ ਦਾ ਢੰਗ ਜਿਹੜਾ ਇਸ ਤਰ੍ਹਾਂ ਦਾ ਹੁੰਦਾ, ਕੰਨਾਂ ਤੋਂ ਥੱਲੇ ਟੋਪੀ ਪਹਿਨਦੇ ਨੇ। ਹੁਣ ਗੁਰੂ ਸਾਹਿਬ ਜੀ ਜਿਹੜੀ ਗੱਲ ਕਹਿਣ ਲੱਗੇ, ਕਹਿੰਦੇ ਦੇਖ, ਭੂ ਦਾ ਅਰਥ ਤੱਤ ਹੈਗਾ, ਪੰਚ ਦਾ ਅਰਥ ਹੈ ਪੰਜ, ਤੇ ਪੰਜ ਭੂ ਪੰਜ ਤੱਤ। ਪੰਜ ਤੱਤ ਕਿਹੜੇ ਆ ਸਰੀਰ ਦੇ? ਪਾਣੀ, ਧਰਤੀ, ਆਕਾਸ਼, ਹਵਾ, ਅਗਨੀ, ਇਹ ਪੰਜ ਤੱਤ ਨੇ। ਉਹਨਾਂ ਦੇ ਬੜੇ ਕਮਾਲ ਦੀ ਗੱਲ ਹੈ। ਗੁਰੂ ਸਾਹਿਬ ਜੀ ਨੇ ਕਮਾਲ ਦੀ ਗੱਲ ਦਿੱਤੀ ਹੈ। ਪੰਜਾਂ ਤੱਤਾਂ ਦੇ ਵਿੱਚ ਗੁਣ ਹਨ। ਅਸੀਂ ਕਹਿੰਦੇ ਨਾ ਪੰਜਾਂ ਤੱਤਾਂ ਤੋਂ ਬਣਿਆ ਸਰੀਰ ਬਣਿਆ, ਕੋਈ ਛੇਵਾਂ ਕਰਕੇ ਦਿਖਾਵੇ, ਛੇਵਾਂ ਹੋ ਨਹੀਂ ਸਕਦਾ। ਜਿੰਨੀ ਮਰਜ਼ੀ ਸਾਇੰਸ ਰਿਸਰਚ ਕਰੀ ਜਾਏ ਤੇ ਗੁਰੂ ਪਾਤਸ਼ਾਹ ਕਹਿੰਦੇ ਕੋਈ ਕਰਕੇ ਤਾਂ ਦਿਖਾਓ, ਕੋਈ ਛੇਵਾਂ ਤੱਤ ਕੋਈ ਹੈ ਤਾਂ? ਛੇਵਾਂ ਤੱਤ ਹੈ ਨਹੀਂ, ਕਿਉਂਕਿ ਪੰਜ ਤੱਤ ਕਰ ਤੁਧ ਸਿਸ਼ਟ ਸਭ ਸਾਜੀ, ਤੂੰ ਸਾਜੀ ਪੰਜਾਂ ਤੱਤਾਂ ਦੀ ਹੈ। ਹੁਣ ਗੁਰੂ ਸਾਹਿਬ ਜੀ ਗੱਲ ਸਮਝਾਉਂਦੇ ਨੇ, ਕਹਿੰਦੇ ਦੇਖੋ, ਇਹ ਪੰਜ ਤੱਤਾਂ ਦੇ ਜਿਹੜੇ ਗੁਣ ਹੈ, ਪਾਣੀ ਜਿਹੜਾ ਇਹ ਹੈ ਨਿਰਮਲਤਾ, ਪਵਿੱਤਰਤਾ, ਸੀਤਲਤਾ, ਤਿੰਨ ਚੀਜ਼ਾਂ ਪਾਣੀ ਦਾ ਗੁਣ ਹੈ। ਇਹਦਾ ਮਤਲਬ ਇਨਸਾਨ ਨੂੰ ਜੇਕਰ ਪਰਮੇਸ਼ਰ ਦੇ ਮਾਰਗ ਤੇ ਚੱਲਣਾ ਹੈ ਜਾਂ ਉਹਦੇ ਮਿਲਾਪ ਦੀ ਗੱਲ ਕਰਨੀ ਹੈ ਤਾਂ ਪਾਣੀ ਵਰਗਾ ਸੁਭਾਅ ਜਿਹੜਾ ਉਹ ਰੱਖਣਾ ਪਏਗਾ। ਨਿਰਮਲਤਾ ਵੀ ਹੋਣੀ ਚਾਹੀਦੀ ਹੈ, ਪਵਿੱਤਰਤਾ ਵੀ ਹੋਣੀ ਚਾਹੀਦੀ ਹੈ, ਤੇ ਸੀਤਲਤਾ ਵੀ ਹੋਣੀ ਚਾਹੀਦੀ ਹੈ। ਪਾਣੀ ਕਿ ਦੇਖੋ ਕਦੀ ਉੱਚੇ ਵਾਲੇ ਪਾਸੇ ਨਹੀਂ ਜਾਂਦਾ, ਉਹਨੂੰ ਜ਼ੋਰ ਲਾ ਕੇ ਪੰਪ ਲਾ ਕੇ ਉੱਤੇ ਨੂੰ ਚਾੜਨਾ ਪੈਂਦਾ, ਫਿਰ ਛੱਡ ਦਿਓ, ਫਿਰ ਥੱਲੇ ਨੂੰ ਡਿੱਗ ਪੈਂਦਾ। ਪਾਣੀ ਦਾ ਸੁਭਾਅ ਨੀਵੇਂ ਪਾਸੇ ਨੂੰ ਚੱਲਣਾ ਹੈ। ਗੁਰੂ ਕੇ ਸਿੱਖ ਦੇ ਅੰਦਰ ਵੀ ਇਹ ਗੁਣ ਆਉਣਾ ਚਾਹੀਦਾ, ਪਵਿੱਤਰਤਾ ਹੋਣੀ ਚਾਹੀਦੀ ਜੀਵਨ ਦੇ ਅੰਦਰ, ਨਿਰਮਲਤਾ ਹੋਣੀ ਚਾਹੀਦੀ ਹੈ, ਔਰ ਗੁਣ ਨਿਮਰਤਾ ਵਾਲਾ ਲੈਣਾ ਬੜਾ ਜ਼ਰੂਰੀ ਹੈ। ਜੇ ਅੰਦਰ ਨਿਮਰਤਾ ਨਹੀਂ ਆਈ, ਅੰਦਰ ਇਹ ਗੁਣ ਨਹੀਂ ਬਣਿਆ, ਤਾਂ ਫਿਰ ਅਸੀਂ ਪਰਮੇਸ਼ਰ ਦੇ ਮਾਰਗ ਦੇ ਪੰਥੀ ਨਹੀਂ ਬਣ ਸਕਦੇ। ਇਹ ਪੰਜ ਤੱਤਾਂ ਦੇ ਜਿਹੜੇ ਗੁਣ ਮਹਾਰਾਜ ਨੇ ਦੱਸੇ। ਧਰਤੀ ਅਸਲ ਵਿੱਚ ਧਰਤੀ ਧੀਰਜ ਹੈ। ਧੀਰਜ ਕਿਉਂ ਹੈ? ਧਰਤੀ ਦਾ ਹਿਰਦਾ ਬੜਾ ਵਿਸ਼ਾਲ ਹੁੰਦਾ ਹੈ। ਧਰਤੀ ਦਾ ਹਿਰਦਾ ਬੜਾ ਵਿਸ਼ਾਲ ਹੈ, ਕਦੇ ਖਿਆਲ ਕਰਕੇ ਦੇਖੋ। ਧਰਤੀ ਇੰਨੀ ਧੀਰਜ ਵਾਲੀ ਹੈ, ਕੋਈ ਇਹਦੇ ਚ ਟੋਆ ਫੁੱਟ ਦੇਵੇ ਕਦੀ ਸੀ ਨਹੀਂ ਕਰਦੀ। ਧਰਤੀ ਨੂੰ ਕੋਈ ਚੰਦਨ ਦਾ ਲੇਪ ਕਰ ਦੇਵੇ, ਇਹਨੂੰ ਕਦੀ ਖੁਸ਼ੀ ਨਹੀਂ ਹੁੰਦੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਮੁਸੱਦਾ ਕੋ ਖੋਦੈ ਕਉ ਚੰਦਨ ਲੇਪ। ਮੁਸੱਦਾ ਧਰਤੀ ਨੂੰ ਖੋਦ ਲਵੇ, ਇਹਨੂੰ ਕੀ ਫਰਕ ਪੈਂਦਾ? ਧਰਤੀ ਤਾਂ ਇੰਨੀ ਧੀਰਜ ਵਾਲੀ ਹੈ ਕਿ ਜਦੋਂ ਮਨੁੱਖ ਨੂੰ ਝੱਲਣ ਵਾਲਾ ਕੋਈ ਨਾ ਹੋਵੇ, ਜਦੋਂ ਇਨਸਾਨ ਮਰ ਜਾਏ, ਮੁਰਦਾ ਹੋ ਜਾਏ, ਇਹਦੀ ਘਰ ਦੇ ਇਹਨੂੰ ਕੱਢਣ ਲਈ ਤਿਆਰ ਹੋਣ,
घर कोई रखने लिए तैयार ना होवे ਤਾਂ ਧਰਤੀ ਉਦੋਂ ਵੀ ਆਪਣਾ ਸੀਨਾ ਚੌੜਾ ਕਰਕੇ ਆਪਣੀ ਹਿੱਕ ਨੂੰ ਪਾੜਦੀ ਹੈ ਔਰ ਕਹਿੰਦੀ ਆ ਬੰਦਿਆ ਇਹ ਤੱਤ ਤੇਰਾ, ਤੂੰ ਮੇਰੇ ਚ ਸਮਾ ਜਾ। ਧਰਤੀ ਤੇ ਉੱਤੇ ਹੀ ਇਨਸਾਨ ਦਾ ਸੰਸਕਾਰ ਹੁੰਦਾ ਤੇ ਧਰਤੀ ਦੇ ਉੱਤੇ ਹੀ ਮੁਰਦਾ ਦੱਬਿਆ ਜਾਂਦਾ ਹੈ। ਜਿਹਨੂੰ ਕੋਈ ਪ੍ਰਵਾਨ ਨਹੀਂ, ਇੰਨਾ ਵਿਸ਼ਾਲ ਧਰਤੀ ਕੋਈ ਪ੍ਰਵਾਨ ਨਹੀਂ ਕਰਦਾ, ਧਰਤੀ ਉਹਨੂੰ ਵੀ ਪ੍ਰਵਾਨ ਕਰ ਲੈਂਦੀ। ਇਸੇ ਕਰਕੇ ਧਰਤ ਮਾਤਾ ਦੀ ਗੱਲ ਕੀਤੀ ਸੀ, ਮਾਂ ਦਾ ਹਿਰਦਾ ਜਿੰਨਾ ਵਿਸ਼ਾਲ ਹੈ, ਧਰਤੀ ਦਾ ਹਿਰਦੇ ਵਿਸ਼ਾਲ ਦੀ ਗੱਲ ਉਦਾਹਰਨ ਦੇ ਕੇ ਸ਼ਲੋਕ ਵਿੱਚ ਵੀ ਜਪਜੀ ਦੇ ਗੁਰੂ ਪਾਤਸ਼ਾਹ ਨੇ ਗੱਲ ਸਮਝਾਈ ਸੀ। ਫਿਰ ਅੱਗੇ ਕਹਿੰਦੇ ਨੇ ਗੁਰੂ ਸਾਹਿਬ ਜੀ, ਤੀਜਾ ਗੁਣ ਹੈ ਹਵਾ ਦਾ। ਹਵਾ ਹੈਗੀ ਹੈ ਸਮ ਦ੍ਰਿਸ਼ਟੀ ਦੀ ਪ੍ਰਤੀਕ, ਇੱਕੋ ਜਿਹਾ। ਹਵਾ ਕਿਤੇ ਨੂੰ ਦੇਖ ਕੇ ਦੁਸ਼ਮਣ ਨੂੰ, ਮਿੱਤਰ ਨੂੰ, ਸੱਜਣ ਨੂੰ ਇਹ ਨਹੀਂ ਕਹਿੰਦੀ ਵੀ ਇਹਨੂੰ ਹਵਾ ਦੇਣੀ ਹੈ, ਇਹਨੂੰ ਨਹੀਂ ਦੇਣੀ, ਇਹਨੂੰ ਆਕਸੀਜਨ ਦੇਣੀ ਹੈ, ਇਹਨੂੰ ਨਹੀਂ ਦੇਣੀ। ਉਹਦੇ ਅੰਦਰ ਸਮ ਦ੍ਰਿਸ਼ਟੀ ਹੈ। ਦੁਨੀਆ ਦੇ ਕਿਸੇ ਕੋਨੇ ਤੇ ਕੁਝ ਵੀ ਹੋਵੇ, ਹਰ ਜਗ੍ਹਾ ਤੇ ਸਮ ਦ੍ਰਿਸ਼ਟੀ ਨਾਲ ਹਰ ਬੰਦੇ ਨੂੰ ਜੀਣ ਦੇ ਲਈ ਹਵਾ ਦੇਈ ਜਾਂਦੀ ਹੈ। ਤਾਂ ਹਮ ਦਾ ਗੁਣ ਸਮ ਦ੍ਰਿਸ਼ਟੀ ਹੈ। ਪਰਮਾਰਥ ਦੇ ਚੱਲਣ ਵਾਲੇ ਪੰਥੀ ਦਾ ਗੁਣ ਵੀ ਸਮ ਦ੍ਰਿਸ਼ਟੀ ਵਾਲਾ ਹੋਣਾ ਬੜਾ ਜ਼ਰੂਰੀ ਹੈ। ਤੇ ਤੀਜਾ ਗੁਣ ਗੁਰੂ ਪਾਤਸ਼ਾਹ ਨੇ ਜਿਹੜੇ 5 ਗੁਣਾਂ ਦੀ ਗੱਲ ਕੀਤੀ, ਫਿਰ ਕਹਿੰਦੇ ਨੇ ਅੱਗ। ਅੱਗ ਸਾੜਨ ਦਾ ਕੰਮ ਕਰਦੀ ਹੈ, ਵਿਕਾਰਾਂ ਦੀ ਮੈਲ ਨੂੰ ਅੱਗ ਸਾੜਦੀ ਹੈ। ਔਰ ਤੀਜਾ ਇਹਦਾ ਅੱਗ ਦਾ ਅਗਲਾ ਗੁਣ ਹੈ ਕਿ ਅੰਦਰ ਦੇ ਭੋਜਨ ਨੂੰ ਪਚਾਉਣ ਲਈ ਵੀ ਅੱਗ ਚਾਹੀਦੀ ਹੈ। ਉਹ ਅੰਦਰ ਦਾ ਭੋਜਨ ਜਿਹੜਾ ਪਚਦਾ ਹੈ ਉਹ ਵੀ ਅੱਗ ਦੇ ਨਾਲ ਪਚਦਾ ਹੈ, ਅੰਦਰਲੀ ਅਗਨੀ ਨਾਲ ਪਚਦਾ ਹੈ। ਗੁਰੂ ਪਾਤਸ਼ਾਹ ਨੇ ਕਿਹਾ ਵੀ ਇਹ ਜਿਹੜਾ ਅੱਗ ਦਾ ਗੁਣ ਹੈ, ਇਹ ਵਿਕਾਰਾਂ ਦੀ ਮੈਲ ਨੂੰ ਸਾੜਨਾ ਔਰ ਅਜ਼ਰ ਨੂੰ ਜਰ ਲੈਣਾ, ਜਿਹੜਾ ਨਾ ਜਰਨ ਵਾਲੀ ਉਹ ਚੀਜ਼ ਨੂੰ ਵੀ ਜਰਨਾ ਹੈ। ਆਕਾਸ਼ ਹੈ ਨਿਰਲੇਪਤਾ, ਜਿਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਹੈ, ਕਿਸੇ ਸਹਾਰੇ ਦੀ ਲੋੜ ਨਹੀਂ ਹੈ। ਇਹ ਖੁੱਲਾ ਜਿਹਨੂੰ ਅਸੀਂ ਕਹਿੰਦੇ ਆਕਾਸ਼ ਖੁੱਲਾ, ਉਹ ਕਿਸੇ ਦੇ ਸਹਾਰੇ ਤੇ ਨਹੀਂ ਖੜਾ। ਕਿੰਨੇ ਆਕਾਸ਼ ਕਿੰਨੇ ਪਤਾਲ ਗੁਰੂ ਸਾਹਿਬ ਜਾਣਦੇ ਨੇ। ਇਹ ਗੱਲਾਂ ਅਸੀਂ ਨਿਰਣਾ ਨਹੀਂ ਕਰ ਸਕਦੇ, ਨਾ ਹੀ ਇਹਦਾ ਫੈਸਲਾ ਕਰ ਸਕਦੇ ਹਾਂ। ਆਕਾਸ਼ ਕਿੰਨੇ ਨੇ, ਪਤਾਲ ਕਿੰਨੇ ਨੇ, ਇਹ ਗੱਲ ਅਸੀਂ ਨਹੀਂ ਦੱਸ ਸਕਦੇ। ਗੁਰੂ ਸਾਹਿਬ ਕਹਿੰਦੇ ਨੇ ਆਕਾਸ਼ ਦਾ ਜਿਹੜਾ ਗੁਣ ਹੈ ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੈ, ਉਹ ਤਾਂ ਟਿਕਿਆ ਹੋਇਆ ਆਪਣੇ ਆਸ ਤੇ। ਵਿਸ਼ਾਲ ਹਿਰਦਾ ਹੈ, ਇਸ ਜਿਹੜਾ ਨਿਰਲੇਪਤਾ ਹੈ ਇਹਦੇ ਆਕਾਸ਼ ਦੇ। 5 ਗੁਣ ਜਿਹੜੇ ਆਉਣੇ ਜ਼ਰੂਰੀ ਨੇ। ਹੁਣ ਕਹਿੰਦੇ ਨੇ ਜੋ ਕਿ ਮੇਰੇ ਅੰਦਰ ਤੇਰੀ ਜਿਹੜੀ ਟੋਪੀ ਤੇ ਮੇਰੇ ਅੰਦਰ 5 ਗੁਣ, ਮੈਂ ਤਾਂ ਉਹ ਗੁਣਾਂ ਨੂੰ ਧਾਰਨ ਕੀਤਾ, ਉਹਦੀ ਟੋਪੀ ਮੈਂ ਪਹਿਨਦਾ। ਖੱਪਰ ਮੈਂ ਪੁੱਠਾ ਕਰ ਦਿੱਤਾ, ਟੋਪੀ ਮੈਂ 5 ਗੁਣਾਂ ਦੀ 5 ਤੱਤਾਂ ਦੀ ਪਹਿਨ ਲਈ ਹੈ। ਕਾਇਆ ਕੜਾਸਨ ਮਨ ਜਾ ਗੋਟੀ। ਕਾਇਆ ਦਾ ਅਰਥ ਸਰੀਰ ਹੈ ਤੇ ਕੜਾਸਨ ਇਹਦਾ ਅਰਥ ਜਿਹੜਾ ਹੈ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਕਟ ਦਾ ਆਸਨ। ਇਹ ਆਸਨ ਹੁੰਦਾ ਜਿੱਥੇ ਬੈਠਿਆ ਜਾਂਦਾ ਹੈ, ਆਸਨ ਲਾਉਣਾ, ਕੂੜੀ ਲਾਉਣੀ ਜਾਂ ਸਟਾਪ ਬੈਠ ਕਹਿ ਲਓ, ਮੈਟ ਕਹਿ ਲਓ, ਕੂੜੀ ਕਹਿ ਲਓ, ਚੌਂਕੀ ਕਹਿ ਲਓ ਜਾਂ ਪੀੜੀ ਜੀ ਕਹਿ ਲਓ, ਜੋ ਵੀ ਹੁੰਦਾ। ਇਹ ਬਣੀ ਹੁੰਦੀ ਜਿਹੜੀ ਕਾਈ ਹੁੰਦੀ ਹੈ ਨਾ, ਕਾਈ ਆਪਾਂ ਪਿੰਡਾਂ ਵਾਲਿਆਂ ਤਾਂ ਦੇਖੀ ਹੋਈ ਹੈ। ਇਹ ਉਹਦਾ ਕੁਛ ਬਣਾਉਂਦੇ ਨੇ, ਜਿਹੜੀ ਜੋ ਵੀ ਲੋਕ ਹਨ ਉਹ ਰੱਖਦੇ ਨੇ ਆਪਣੇ ਕੋਲ, ਜਿੱਥੇ ਮਰਜ਼ੀ ਉਹਨੂੰ ਵਿਛਾਇਆ ਜਾਂ ਬਿਠਾਇਆ, ਜਾਂ ਉੱਤੇ ਬੈਠ ਕੇ ਜਾਂ ਉੱਤੇ ਬੈਠ ਆਸਨ ਬਣਾ ਲਿਆ। ਕੱਟ ਦਾ ਆਸਨ ਜਿਹਨੂੰ ਅਸੀਂ ਕਹਿੰਦੇ ਨੇ, ਉਹਦਾ ਬਣੀ ਹੋਇਆ ਚੀਜ਼ ਦਾ ਆਸਨ ਲਾਉਣਾ। ਤੇ ਗੁਰੂ ਪਾਤਸ਼ਾਹ ਕਹਿੰਦੇ ਮੈਂ ਤਾਂ ਆਪਣੇ ਸਰੀਰ ਨੂੰ ਹੀ ਵਿਕਾਰਾਂ ਤੋਂ ਨਿਰਮਲ ਰੱਖ ਲਿਆ, ਬਚਾ ਲਿਆ। ਇਸ ਵਾਸਤੇ ਮੇਰੇ ਲਈ ਤਾਂ ਇਹੋ ਹੀ ਕਿ ਆਸਣ ਹੈ, ਕੱਟ ਦਾ ਆਸਨ ਤੇ ਇਹੋ ਹੀ ਹੈ। ਕੜਾਸਨ ਦਾ ਅਰਥ ਇਹ ਹੈ। ਮਨ ਜਾ ਗੋਟੀ, ਜਗੋਟੀ ਦਾ ਅਰਥ ਹੈ ਲਗੋਟੀ। ਜਿਹੜੇ ਜੋ ਲਗੋਟੀ ਲਾਉਂਦੇ ਨਾ, ਇਹ ਕਿਉਂ ਪਾਉਂਦੇ ਆ? ਇਹ ਵੀ ਸਾਡੀ ਲੋੜ ਬੜੀ ਘੱਟ ਹੈ। ਸਾਰੇ ਪਹਿਰਾਵਿਆਂ ਤੋਂ ਛੋਟਾ ਪਹਿਰਾਵਾ ਲਗੋਟੀ ਦਾ ਹੈ। ਖਿਆਲ ਕਰਿਓ, ਸਾਰੇ ਪਹਿਰਾਵਿਆਂ ਤੋਂ ਛੋਟਾ ਪਹਿਰਾਵਾ ਜਿਹੜਾ ਹੈ ਉਹ ਸਭ ਤੋਂ ਘੱਟ ਕੱਪੜਾ ਲੱਗਦਾ ਲਗੋਟੀ ਨੂੰ। ਇਸ ਗੱਲ ਦਾ ਸਮਝਾਉਂਦੇ ਨੇ ਵੀ ਇਹ 4 ਇੰਚ ਲੰਬਾ ਹੁੰਦਾ, 4 ਇੰਚ ਚੌੜਾ ਹੁੰਦਾ ਤੇ 15 ਇੰਚ ਲੰਬਾ ਕੱਪੜਾ ਹੁੰਦਾ। ਅੰਦਾਜ਼ਾ ਜਿਹਾ ਆਪਾਂ ਅੰਦਾਜ਼ਾ ਜਿਹਾ ਲੈ ਲਈਏ, ਜਾਂ ਆਪਾਂ ਜਿਹੜਾ ਕੁਸ਼ਕਾਰਾਂ ਨੇ ਲਿਖਿਆ ਵੀ ਇੰਨੇ ਕੱਪੜੇ ਦੇ ਵਿੱਚ ਹੀ ਲਗੋਟੀ ਜਿਹੜੀ ਆ ਬਣਾ ਲੈਂਦੇ ਆ। ਬਸ ਆਪਣੇ ਨੰਗੇਜ਼ ਨੂੰ ਢੱਕਣ ਲਈ। ਕਹਿੰਦੇ ਸਾਡੀਆਂ ਲੋੜਾਂ ਹੀ ਹੈ ਨਹੀਂ, ਬਸ ਏਦਾਂ ਹੀ ਹੈਗਾ। ਗੁਰੂ ਸਾਹਿਬ ਕਹਿੰਦੇ ਮੈਨੂੰ ਤਾਂ ਆ ਗਿਆ ਸੰਜਮ, ਮਨ ਆ ਗਿਆ ਸੰਜਮ ਦੇ ਵਿੱਚ। ਹੁਣ ਮੈਨੂੰ ਲਗੋਟੀ ਦੀ ਲੋੜ ਹੀ ਨਹੀਂ, ਜਿਹੜੀ ਲਗੋਟੀ ਤੁਸੀਂ ਲਾਉਂਦੇ ਹੋ। ਮੈਨੂੰ ਤਾਂ ਮਨ ਜਿਹੜਾ ਹੈ ਉਹ ਲਗੋਟੀ ਬਣ ਗਿਆ, ਸਰੀਰ ਨੂੰ ਵਿਕਾਰਾਂ ਤੋਂ ਬਚਾ ਲਿਆ। ਇਹ ਮੇਰੇ ਘਟ ਦਾ ਆਸਣ ਹੈ। ਤੇ ਫਿਰ ਵਸ ਚ ਆਇਆ ਹੋਇਆ ਮਨ ਜਿਹੜਾ ਹੈ, ਆਪਣੇ ਕਾਬੂ ਚ ਆਇਆ ਹੋਇਆ ਮਨ ਹੈ, ਉਹ ਸਾਡੀ ਲਗੋਟੀ ਹੈ। ਸਾਡਾ ਮਤ ਇਹ ਕਹਿੰਦਾ। ਫਿਰ ਅਗਲੀ ਗੱਲ ਸਤਿਗੁਰੂ ਜੀ ਕਹਿੰਦੇ ਨੇ,
ਸਤ ਸੰਤੋਖ ਸੰਜਮ ਹੈ ਨਾਲ। ਸਤ, ਸੰਤੋਖ, ਸੰਜਮ, ਤਿੰਨ ਚੀਜ਼ਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹਦੇ ਵਿੱਚ ਸਮਝਾ ਦਿੱਤੀਆਂ। ਮਨ ਜਿਹਦਾ ਟਿਕਾਉਣਾ ਹੈ ਨਾ, ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਮਨ ਜਗੋਟੀ ਦੀ ਗੱਲ ਕੀਤੀ ਹੈ, ਥੋੜੀ ਜਿਹੀ ਹੋਰ ਇਹਦੀ ਆਪਾਂ ਵਿਚਾਰ ਕਰ ਲਈਏ। ਮਨ ਟਿਕਾਉਣ ਦੇ ਲਈ ਸਾਨੂੰ ਆਪਣੇ ਕਰਮ ਕਾਂਡ ਸ਼ੁੱਧ ਕਰਨੇ ਪੈਂਦੇ ਨੇ। ਕਰਮ ਕਾਂਡ ਮਤਲਬ ਰੋਜ਼ਾਨਾ ਦੀ ਕਿਰਿਆ ਸ਼ੁੱਧ ਕਰਨੀ ਪੈਂਦੀ ਹੈ। ਕਰਮ ਕਾਂਡ ਨਹੀਂ, ਰੋਜ਼ਾਨਾ ਦੀ ਕਿਰਿਆ ਜਿਹੜੀ ਹੈ ਸ਼ੁੱਧ ਕਰਨੀ ਪੈਂਦੀ ਹੈ। ਸਾਡੇ ਕਰਮ ਇੰਦਰੇ ਤੇ ਸਾਡੇ ਗਿਆਨ ਇੰਦਰੇ ਜਿਹੜੇ ਹਨ, ਇਹਨਾਂ ਨੂੰ ਸੋਧਣ ਦੀ ਲੋੜ ਹੈ। ਇਹਨਾਂ ਨੂੰ ਸੋਧਣ ਦੀ ਲੋੜ ਹੈ। ਪੰਜ ਸਾਡੇ ਕਰਮ ਇੰਦਰੇ ਤੇ ਪੰਜ ਸਾਡੇ ਗਿਆਨ ਇੰਦਰੇ। ਦੋ ਪੈਰ, ਦੋ ਹੱਥ, ਇੱਕ ਸਰੀਰ, ਇਹ ਸਾਡਾ ਕਰਮ ਇੰਦਰਾ ਹੈ। ਤੇ ਜਿਹੜੇ ਸਾਡੇ ਗਿਆਨ ਇੰਦਰੇ ਹਨ, ਉਹ ਹਨ ਸ਼ਬਦ, ਸਪਰਸ਼, ਰੂਪ, ਰਸ, ਗੰਧ, ਸੁਗੰਧੀ। ਇਹ ਪੰਜ ਗਿਆਨ ਸਾਡੇ ਗਿਆਨ ਇੰਦਰੇ ਹਨ। ਜਦ ਤੱਕ ਇਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ ਜਾਂਦਾ, ਮਨ ਕਾਬੂ 'ਚ ਨਹੀਂ ਆਉਂਦਾ। ਦੇਖੋ, ਸਰੀਰ ਦੇ ਪੰਜ ਕਰਮ ਜਿਨ੍ਹਾਂ ਦੇ ਅਸੀਂ ਕੰਮ ਕਰਦੇ, ਕਰਮ ਇੰਦਰੇ ਕੰਮ ਕਰਨ ਵਾਲੇ ਇੰਦਰੇ। ਅਸੀਂ ਪੈਰਾਂ ਨਾਲ ਚੱਲਦੇ ਹਾਂ, ਹੱਥਾਂ ਨਾਲ ਕਾਰ ਵਿਹਾਰ ਕਰਦੇ ਹਾਂ, ਸਰੀਰ ਨਾਲ ਸਾਰੇ ਸਰੀਰ ਤੇ ਸਰੀਰ ਨਹੀਂ ਹੈ ਤੇ ਕੁਝ ਵੀ ਨਹੀਂ ਹੈ। ਅਗਲੇ ਜਿਹੜੇ ਗਿਆਨ ਇੰਦਰੇ ਹਨ, ਸਰੀਰ ਦੀ ਸ਼ੁੱਧਤਾ ਕਿਵੇਂ ਹੋਵੇ, ਸਰੀਰ ਦੀ ਗੱਲਬਾਤ ਕਿਵੇਂ ਹੋਵੇ, ਇਹ ਗੱਲ ਵੀ ਗੁਰੂ ਪਾਤਸ਼ਾਹ ਜੀ ਨੇ ਸਮਝਾ ਦਿੱਤੀ ਹੈ। ਸਤਿਗੁਰੂ ਜੀ ਨੇ ਜਦੋਂ ਸਰੀਰ ਦੀ ਗੱਲ ਕੀਤੀ ਤਾਂ ਇੱਕ ਸਵਾਲ ਖੜਾ ਕੀਤਾ ਕਿ ਸਰੀਰਾ ਮੇਰਿਆ, इस जग में आए के, इस जग में आए क्या है, क्या तुद कर्म कमाया। दस तू संसार में आ तां गया ते काम की कीता। इत्थे जिहड़ा रिजल्ट कढिया गुरु पातशाह जी ने, वो कहंदे है, कहे नानक ये शरीर परवान हुआ जिन सतगुर सिंह चित लाया। शरीर का काम जिहड़ा है वो किरिया भी शरीर की जिहड़ी सतगुर जी ने दस दित्ती। फिर गुरु पातशाह ने नेत्रां की भी गल की है, ते सतगुर ने ओहदी किरिया विशोधन की गल की। ये नेत्रो मेरियो हर तुम मैं जोत धरी, हर बिन अवर ना देखो कोई। भी तुहाडे परमेश्वर ने तुहाडे अंदर जोत रखी है, ते फिर की कहंदे ने, जदों किरपा हो गई, जे साडे काबू च आ गए, फिर कहंदे ने गुर प्रसादी बुझिया जां वेखां हर एक है, हर बिन अवर ना कोई। ਤੇ ਸਤਿਗੁਰ ਪਾਤਸ਼ਾਹ ਫਿਰ ਬਚਨ ਕਰਦੇ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਰਿਸ਼ਤ ਹੋਈ। ਵੀ ਇਹ ਅੰਨੇ ਨੇਤਰਾਂ ਨੂੰ ਜਦੋਂ ਸਤਿਗੁਰ ਦਾ ਮਿਲਾਪ ਹੋਇਆ, ਇਹਨਾਂ ਨੂੰ ਵੀ ਦ੍ਰਿਸ਼ਟੀ ਜਿਹੜੀ ਸੀ ਬੜੀ ਡੂੰਘੀ ਹੋ ਗਈ। ਤੇ ਇਹ ਸਰਵਨੋ ਮੇਰਿਓ ਸਾਚਾ ਸੁਣਨੇ ਨੂੰ ਪਠਾਏ। ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੀ ਵੀ ਗੱਲ ਕੀਤੀ ਕਿ ਸਾਡੇ ਇਹਨਾਂ ਨੂੰ ਸ਼ੁੱਧ ਕਿਵੇਂ ਕਰਨਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚਾ ਸੁਣਨ ਨੂੰ ਪਠਾਏ। ਤੁਸੀਂ ਤਾਂ ਆਏ ਇਸੇ ਕੰਮ ਸੀ ਸੰਸਾਰ ਵਿੱਚ, ਸਾਚੇ ਸੁਣਨ ਨੂੰ ਪਠਾਏ, ਤੁਹਾਨੂੰ ਲਾਇਆ ਇਸ ਕੰਮ ਲਈ ਸੀ। ਇਹ ਚੀਜ਼ਾਂ ਸਾਡੇ ਸ਼ੁੱਧਤਾ ਹਨ ਜਿਹੜੀਆਂ ਕਰਨੀਆਂ ਪੈਣਗੀਆਂ। ਆਪਣੇ ਕਰਮ ਇੰਦਰੇ ਤੇ ਗਿਆਨ ਇੰਦਰੇ ਜਿਹੜੇ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਨੂੰ ਕਾਬੂ 'ਚ ਕਰਨਾ ਪਏਗਾ। ਸੁਗੰਧੀ ਤੋਂ ਪਤਾ ਲੱਗਦਾ ਹੈ, ਜ਼ੁਬਾਨ ਦੀ ਸਵਾਦ ਤੋਂ ਪਤਾ ਲੱਗਦਾ ਹੈ, ਕਿਸੇ ਦੇ ਰੂਪ ਤੋਂ ਦੇਖ ਕੇ ਪਤਾ ਲੱਗਦਾ ਹੈ, ਸਪਰਸ਼ ਛੂਹ ਦਾ ਪਤਾ ਲੱਗਦਾ ਹੈ, ਸ਼ਬਦ ਬੋਲਾਂ ਤੋਂ ਪਤਾ ਲੱਗਦਾ ਹੈ। ਇਹ ਪੰਜ ਗਿਆਨ ਇੰਦਰੀਆਂ ਨੂੰ ਆਪਣੇ ਅਧੀਨ, ਸਾਡੇ ਬੋਲ ਸਾਡੇ ਕਾਬੂ 'ਚ ਹੋਣੇ ਚਾਹੀਦੇ ਨੇ। ਸਪਰਸ਼ ਸਾਡੇ ਦੇ ਖਿਆਲ ਕਰਨਾ, ਸਪਰਸ਼ ਦਾ ਹੋਣਾ ਛੂਹਣਾ, ਕਿਹਨੂੰ ਹੱਥ ਲਾਉਣਾ ਤੇ ਕਿਹਨੂੰ ਨਹੀਂ ਲਾਉਣਾ, ਇਹ ਗੱਲ ਵੀ ਪਤਾ ਹੋਣੀ ਚਾਹੀਦੀ ਹੈ। ਰਸ ਸਾਡੇ ਜ਼ਬਾਨ ਨੂੰ ਉਹ ਕਾਬੂ 'ਚ ਹੋਣੀ ਚਾਹੀਦੀ ਹੈ। ਅੰਨ ਰਸ ਰਾਤ ਰਹੀ ਦੀ ਗੱਲ ਨਾ ਹੋਵੇ ਇਹਦੇ 'ਚ। ਜੇ ਉਧਰ ਕੀ ਹੈ ਤਾਂ ਫਿਰ ਉਧਰ ਘਰ ਨਹੀਂ ਲੱਗੇਗੀ ਦੂਜੇ ਪਾਸੇ। ਸੁਗੰਧੀ ਸਾਡੀ ਨੱਕ ਨੂੰ ਗੁਰੂ ਪਾਤਸ਼ਾਹ ਨੇ ਸੰਬੋਧਨ ਕੀਤਾ। ਇਹ ਸਾਡੇ ਸਾਰੇ ਗਿਆਨ ਇੰਦਰ ਸਾਡੇ ਕਾਬੂ ਦੇ ਵਿੱਚ ਹੋਣੇ ਚਾਹੀਦੇ ਨੇ। ਹੁਣ ਕਿਵੇਂ ਹੋਣਗੇ? ਗੁਰੂ ਸਾਹਿਬ ਜੀ ਕਹਿੰਦੇ, ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸਮਾਲ। ਵੀ ਸਤ, ਸੰਤੋਖ ਤੇ ਸੰਜਮ, ਇਹ ਜਦੋਂ ਤਿੰਨ ਚੀਜ਼ਾਂ ਸਾਡੇ ਕਾਬੂ 'ਚ ਆ ਜਾਣਗੀਆਂ, ਸੰਸਾਰਕ ਖਾਸ਼ਾਂ ਵੱਲੋਂ ਸਤ, ਸੰਤੋਖ ਤੇ ਸੰਜਮ ਜੋ ਸਾਡੇ ਜੀਵਨ 'ਚ ਆ ਜਾਣਗੇ। ਸੰਤੋਖ ਹੈ ਜੋ ਹੈ, ਜਿਹੋ ਜਿਹਾ ਹੈ, ਜਿਸ ਤਰ੍ਹਾਂ ਦਾ ਹੈ, ਉਹਦੇ ਸ਼ੁਕਰਾਨੇ 'ਚ ਰਹਿਣਾ। ਸੰਜਮ ਹੈ ਆਪਣੇ ਉੱਤੇ ਕਾਬੂ ਰੱਖਣਾ, ਸਵੈ ਕਾਬੂ ਜਿਹਨੂੰ ਅਸੀਂ ਕਹਿੰਦੇ ਹਾਂ। ਸਤ ਹੈ ਸਾਡੇ ਜੀਵਨ ਦੇ
ਸਾਡੇ ਬੋਲ ਵਿੱਚ ਸੱਚ ਹੋਵੇ, ਸਾਡੀ ਤੱਕਣੀ ਵਿੱਚ ਸੱਚ ਹੋਵੇ, ਸਾਡੇ ਅੰਦਰ ਸੱਚ ਹੋਵੇ, ਸਾਡੇ ਕਰਮ ਅੰਦਰ, ਸਾਡੇ ਕਰਮਾਂ ਵਿੱਚ ਵੀ ਸੱਚ ਹੋਵੇ ਤੇ ਸਾਡੇ ਬੋਲਣ ਵਿੱਚ ਵੀ ਸੱਚ ਹੋਵੇ। ਇਹ ਸੱਚ ਦੀ ਗੱਲ ਗੁਰੂ ਮਹਾਰਾਜ ਨੇ ਕੀਤੀ। ਤਿੰਨ ਚੀਜ਼ਾਂ ਜਦੋਂ ਗੁਣ ਆ ਜਾਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਅਖੀਰ ਤੇ ਜਾ ਕੇ ਕਹਿੰਦੇ ਨੇ, ਜੋਗੀ ਦੇਖ ਗੁਰਮੁਖ ਨਾਨਕ ਗੁਰਮੁਖ ਨਾਮ ਸਮਾਲ। ਵੀ ਜਦੋਂ ਵਾਹਿਗੁਰੂ ਦੀ ਬੰਦਗੀ ਜਿਹੜੀ ਹੈ ਜੋਗੀ, ਅਸਲ ਵਿੱਚ ਇਹੋ ਹੀ ਗੱਲ ਜਿਹੜੀ ਹੈ ਇਹ ਪਰਮੇਸ਼ਰ ਦੇ ਨਾਲ ਸਾਨੂੰ ਲੈ ਕੇ ਜਾਂਦੀ ਹੈ ਜਾਂ ਜੋੜਦੀ ਹੈ ਜਾਂ ਸਾਨੂੰ ਮਿਲਾਉਂਦੀ ਹੈ। ਅਸਲ ਤੇ 9ਵੀਂ 10ਵੀਂ ਤੇ 11ਵੀਂ ਪੌੜੀ ਜਿਹੜੀਆਂ ਇਕੱਠੀਆਂ ਚੱਲਦੀਆਂ ਨੇ, ਜੇ ਇਹਨਾਂ ਦੇ ਆਪਾਂ ਸਾਰਸ਼ ਜਿਹੜਾ ਥੋੜਾ ਜਿਹਾ ਨਿਚੋੜ ਕੱਢੀਏ ਤਾਂ ਗੁਰੂ ਸਾਹਿਬ ਜੀ ਨੂੰ ਲੋਹਾ ਰਿਪਾ ਜੋਗੀ ਰਾਜ ਬਣਨ ਦੀ ਸਲਾਹ ਦਿੰਦਾ ਹੈ। ਜੋਗੀ ਰਾਜ ਜਿੱਥੇ ਜੋਗੀਆਂ ਦਾ ਵੱਡਾ ਰਾਜਾ ਜਿਹਨੂੰ ਕਹਿੰਦੇ ਨੇ, ਜੋਗਮਤ ਦੀ ਵਡਿਆਈ ਕਰਕੇ ਆਪਣੇ 6 ਭੇਖਾਂ 12 ਫਿਰਕਿਆਂ ਦਾ ਵਿਸਤਾਰ ਦੱਸ ਕੇ ਆਈ ਪੰਥੀ ਨੂੰ ਆਪਣਾ ਸਭ ਤੋਂ ਸ੍ਰੇਸ਼ਟ ਫਿਰਕਾ ਕਹਿੰਦਾ, ਪੰਥ ਕਹਿੰਦਾ। ਉਹਨੂੰ ਕਹਿੰਦਾ ਮਹਾਰਾਜ ਤੁਸੀਂ ਆਈ ਪੰਥੀ 'ਚ ਸ਼ਾਮਲ ਹੋ ਜਾਓ। ਗੁਰੂ ਸਾਹਿਬ ਜੀ ਸਮਝਾਉਂਦੇ ਵੀ ਜੋਗੀ ਬਾਹਰਲੇ ਭੇਖ ਜਾਂ ਬਾਹਰਲੇ ਪਰਾਵੇ ਕਦੀ ਧਰਮ ਵਿੱਚ ਮਨੁੱਖ ਨੂੰ ਪੱਕਾ ਹੋਣ ਲਈ ਇਹ ਸਹਾਇਕ ਨਹੀਂ ਹੁੰਦੇ ਜਦ ਤੱਕ ਅੰਦਰਲੀ ਗੱਲ ਨਹੀਂ ਬਣਦੀ। ਇੱਥੋਂ ਇੱਕ ਗੱਲ ਇਹ ਵੀ ਸਮਝਣ ਦੀ ਲੋੜ ਹੈ ਵੀ ਸਾਡੀ ਵਰਦੀ ਪੰਜ ਕਕਾਰੀ ਹੋਣੀ ਜ਼ਰੂਰੀ ਹੈ, ਪਰ ਕੇਵਲ ਪੰਜ ਕਕਾਰੀ ਪਾਈ ਹੋਈ ਵਰਦੀ ਸਾਨੂੰ ਅੰਦਰੋਂ ਪਰਮੇਸ਼ਰ ਨਾਲ ਨਹੀਂ ਜੋੜ ਸਕਦੀ ਜੇ ਅਸੀਂ ਉਹ ਗੁਣ ਧਾਰਨ ਨਹੀਂ ਕਰਦੇ ਜਿਹੜੇ ਜਿਨ੍ਹਾਂ ਦੇ ਕਰਕੇ ਸਾਨੂੰ ਗੁਰੂ ਸਾਹਿਬ ਜੀ ਨੇ ਇਹ ਕਾਰ ਬਖਸ਼ ਦਿੱਤੇ। ਜੋਗੀ ਲੋਕ ਜਿਹੜੇ ਨੇ ਬਾਹਰਲੇ ਭੇਖ ਤੇ ਸੰਜਮ ਤੇ ਜ਼ੋਰ ਦਿੰਦੇ ਸਨ, ਤਾਂ ਗੁਰੂ ਜੀ ਅੰਦਰ ਨਹੀਂ ਰਹਿਣੀ ਤੇ ਜ਼ੋਰ ਦਿੰਦੇ ਨੇ। ਜਦ ਤੱਕ ਹਿਰਦੇ ਵਿੱਚ ਗੁਰੂ ਦਾ ਨਿਰੰਤਰ ਲਗਾਤਾਰ ਇੱਕ ਰਸ ਸ਼ਬਦ ਨਹੀਂ ਵਸਦਾ, ਮਨ ਵਿਕਾਰਾਂ ਵੱਲੋਂ ਹਟਦਾ ਨਹੀਂ, ਮੁੜਦਾ ਨਹੀਂ, ਮਨ ਤੋਂ ਹੋਮੇ, ਮਨ ਤੇ ਤਨ ਤੋਂ ਹੋਮੇ ਦਾ ਪਰਦਾ ਜਿਹੜਾ ਮਮਤਾ ਦੂਰ ਨਹੀਂ ਹੁੰਦੀ, ਝੋਲੀ ਮੁੰਦਰਾ ਗੋਦੜੀ ਪਾਉਣ ਦਾ ਲਾਭ ਕੋਈ ਨਹੀਂ। ਗੁਰੂ ਸਾਹਿਬ ਦੱਸਦੇ ਨੇ ਲੋੜ ਹੈ ਸੱਚੇ ਸਾਹਿਬ ਦੇ ਨਾਮ ਦਾ ਜੋ ਸੰਸਾਰ ਤੋਂ ਤਾਰਨ ਵਾਲਾ ਹੈ ਪਰਮੇਸ਼ਰ, ਉਹ ਜਪਿਆ ਜਾਏ। ਭੇਖ ਧਰ ਕੇ ਮਨ ਕਾਬੂ ਵਿੱਚ ਨਾ ਆਇਆ ਤੇ ਨਾ ਆਉਣਾ ਹੈ। ਇਹ ਗੁਰੂ ਸਾਹਿਬ ਕਹਿੰਦੇ ਜੋਗੀ ਇਹ ਤੁਹਾਡਾ ਸਾਰਾ ਅਡੰਬਰ ਹੈ, ਅਡੰਬਰਾਂ ਦੇ ਨਾਲ ਕਦੀ ਪਰਮੇਸ਼ਰ ਵਾਸ ਵਿੱਚ ਨਹੀਂ ਆਉਂਦਾ। ਅਸਲ ਸਤ ਸੰਤੋਖ ਸੰਜਮ ਦੇ ਜਿਹੜੇ ਦੇਵੀ ਗੁਣ ਨੇ, ਇਹਨਾਂ ਦੇ ਨਾਲ ਅਗਿਆਨਤਾ ਨਾਸ਼ ਹੁੰਦੀ ਹੈ, ਸੁੱਤਾ ਹੋਇਆ ਮਨ ਜਾਗਦਾ ਹੈ। ਗੁਰੂ ਦੇ ਨਾਮ ਦੇ ਵਿੱਚ ਚਿੱਤ ਜੋੜਨ ਦੇ ਨਾਲ, ਗੁਰੂ ਦੇ ਨਾਮ ਨੂੰ ਯਾਦ ਕਰਨ ਦੇ ਨਾਲ, ਬਾਰ-ਬਾਰ ਚਿੰਤਨ ਕਰਨ ਦੇ ਨਾਲ ਸਾਡਾ ਜੀਵਨ ਪਲਟਦਾ। ਫਿਰ ਖੱਪਰ ਟੋਪੀ ਲੰਗੋਟੀ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਗੁਰੂ ਪਾਤਸ਼ਾਹ ਦੇ ਗੱਲ ਸਮਝਾਉਂਦੇ ਨੇ, ਗੁਰਮੁਖ ਮਨ ਮੇਰੇ ਨਾਮ ਸਮਾਲ, ਗੁਰਮੁਖ ਮਨ ਮੇਰੇ ਨਾਮ ਸਮਾਲ। ਫਿਰ ਕੀ ਹੈ, ਸਦਾ ਨਿਭੈ ਚੱਲੇ ਤੇਰੇ ਨਾਲ। ਇਹ ਚੀਜ਼ਾਂ ਤੇਰੇ ਨਾਲ ਜਾਣੀਆਂ ਵਾਹਿਗੁਰੂ ਦੀ ਬੰਦਗੀ। ਹੁਣ ਨਿਰੰਤਰ ਸ਼ਬਦ ਦੀ ਗੱਲ ਕੀਤੀ, ਇਹ ਇੱਕ ਦਿਨ ਦਾ ਕੰਮ ਨਹੀਂ ਹੈ ਵੀ ਅਸੀਂ ਕਹਿੰਦੇ ਜੀ ਨਵਾਂ ਸ਼ਬਦ ਨਿਰੰਤਰ ਕਿਵੇਂ ਚੱਲੇਗਾ, ਲਗਾਤਾਰ ਕਿਵੇਂ ਚੱਲੇਗਾ। ਇਹ ਹੈ ਬਾਰ-ਬਾਰ ਚਿੰਤਨ, ਬਾਰ-ਬਾਰ ਅਭਿਆਸ, ਬਾਰ-ਬਾਰ ਇਹਨੂੰ ਯਾਦ ਕਰਨਾ, ਦ੍ਰਿੜ ਕਰਨਾ, ਕਰਨ ਦੀ ਲੋੜ ਪਏਗੀ। ਜਿਵੇਂ ਸਾਨੂੰ ਭੁੱਖ ਬਾਰ-ਬਾਰ ਲੱਗਦੀ ਹੈ, ਅਸੀਂ ਭੋਜਨ ਖਾਂਦੇ ਹਾਂ, ਇਸ ਤਰ੍ਹਾਂ ਸਾਨੂੰ ਅੰਦਰਲੀ ਖੁਰਾਕ ਦੀ ਭੁੱਖ ਹੈ, ਉਹਨੂੰ ਬਾਰ-ਬਾਰ ਯਾਦ ਕਰਨਾ ਪੈਂਦਾ। ਜਿਵੇਂ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਅਸੀਂ ਪੜ੍ਹਦੇ ਸੀ, ਸਾਨੂੰ ਪਹਾੜੇ ਪੜ੍ਹਾਏ ਜਾਂਦੇ ਸੀ, ਟੇਬਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਉਹ ਪੜ੍ਹੇ ਹੋਏ ਪਹਾੜੇ ਜਿਹੜੇ ਅੱਜ ਵੀ ਸਾਡੇ ਯਾਦ ਵਿੱਚ ਨੇ, ਕਿਉਂਕਿ ਸਾਡੀ ਯਾਦ ਦਾ ਹਿੱਸਾ ਬਣ ਗਏ। ਅੱਜ ਸਾਨੂੰ ਕੈਲਕੂਲੇਟਰ ਲੈ ਕੇ 16 ਦਾ ਪਹਾੜਾ ਨਹੀਂ ਕਰਨਾ ਪੈਂਦਾ ਜਾਂ 13 ਦਾ ਪਹਾੜਾ ਨਹੀਂ ਕਰਨਾ ਪੈਂਦਾ, ਅਸੀਂ ਉਹਨੂੰ ਜ਼ੁਬਾਨੀ ਕਰ ਸਕਦੇ। ਕਿਉਂ ਜੀ ਕਰ ਸਕਦੇ ਹਾਂ? ਕਿਉਂਕਿ ਸਾਡੀ ਯਾਦ ਦਾ ਹਿੱਸਾ ਬਣ ਗਿਆ, ਚਿੰਤਨ ਬਣ ਗਏ, ਵਸ ਗਿਆ। ਇਸੇ ਤਰ੍ਹਾਂ ਵਾਹਿਗੁਰੂ ਨੂੰ ਜਦੋਂ ਬਾਰ-ਬਾਰ ਹਰ 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 ਹਰੇ, ਇੱਕ ਗੁਰੂ ਪਾਤਸ਼ਾਹ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਹਰ 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 ਹਰੇ। 6 ਵਾਰੀ ਹਰ ਹਰ ਲਿਖਿਆ, ਇੱਕੋ ਵੀ ਕੰਮ ਚੱਲ ਸਕਦਾ ਸੀ। ਸਿਰਫ ਇਹ ਦੱਸਣ ਲਈ ਕਿ ਪਰਮੇਸ਼ਰ ਦੇ ਨਾਮ ਵਿੱਚ ਜੁੜ ਕੇ ਬਾਰ-ਬਾਰ ਉਹਦੇ ਅਭਿਆਸ ਦੀ ਲੋੜ ਹੈ। ਜੋਗੀ ਲੋਕ ਜਿਹੜੇ ਨੇ ਇਹ ਜੋਗ ਕਮਾ ਕੇ ਮਾਨਸਿਕ ਸ਼ਕਤੀਆਂ ਪ੍ਰਾਪਤ ਕਰਦੇ ਸਨ। ਉਹਨਾਂ ਦੀ ਪ੍ਰਦਰਸ਼ਨੀ ਦਾ ਬਾਜ਼ਾਰ ਲਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸੀ। ਤੀਰਥਾਂ ਦੇ ਨਾਮ ਨਾਲ ਕਹਿੰਦੇ ਸਰੀਰ ਦੀ ਮੈਲ ਸਾਫ਼ ਹੋ ਸਕਦੀ ਹੈ। ਮਨ ਦੀ ਮੈਲ ਉਤਾਰਨ ਲਈ ਨਾਮ ਦੇ ਰੰਗ ਦੀ ਲੋੜ ਹੈ, ਤੀਰਥਾਂ ਦੇ ਨਾਮ ਨਾਲ ਹੋਣਾ ਨਹੀਂ। ਗੁਰੂ ਸਾਹਿਬ ਅੱਗੋਂ ਇਹ ਜਵਾਬ ਦਿੰਦੇ ਨੇ। ਜੋਗੀ ਹੱਠ ਵਾਲੇ ਹਿੱਸਾ ਕਰਦੇ ਸਨ, ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਅਸੀਂ ਤਾਂ ਨਾ ਇਹ ਹੱਠ ਵਾਲਾ ਕੰਮ ਕਰਦੇ ਹਾਂ, ਨਾ ਇਹ ਮੁੰਦਰਾ ਪਾਉਂਦੇ ਹਾਂ, ਨਾ ਇਹ ਸਾਡਾ ਕੰਮ ਜਿਹੜਾ ਹੈ ਉਹ ਚੱਲਦਾ। ਤਾਂ ਭਾਈ ਗੁਰਦਾਸ ਜੀ ਨੇ ਵੀ ਜੋਗੀਆਂ ਦੇ ਇਸ ਮਤ ਨੂੰ ਨਕਾਰਿਆ ਤੇ ਇਹਨਾਂ ਨੂੰ ਸ਼ਰਮਿੰਦਾ ਕੀਤਾ। ਇਹ ਗੱਲ ਕਹਿ ਕੇ ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕੇ ਕਰ ਮੰਗਣ ਜਾਈ। ਪਹਿਲੀ ਵਾਰ ਦੀ 4ਵੀਂ ਪੌੜੀ ਭਾਈ ਸਾਹਿਬ ਕਹਿੰਦੇ ਨੇ
ਵੀ ਜੋ ਤੁਸੀਂ ਆਪ ਤਾਂ ਲੋਕਾਂ ਨੂੰ ਘਰ-ਬਾਰ ਛੱਡ ਕੇ ਜੰਗਲ ਜਾਣ ਦਾ ਉਪਦੇਸ਼ ਦਿੰਦੇ ਹੋ, ਆਪ ਬੂੰਦ ਵਟਾ ਕੇ ਰੂਪੋਂ ਕਰੂਪ ਹੋ ਜਾਂਦੇ ਹੋ, ਹੱਥੇ ਠੂਠਾ ਫੜ ਕੇ ਤੁਸੀਂ ਲੋਕਾਂ ਦੇ ਘਰੋਂ ਭਿੱਖਿਆ ਮੰਗਣ ਜਾਂਦੇ ਹੋ। ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਮੰਗਣ ਲੱਗਿਆ, ਤੇ ਇਹਨਾਂ ਨੂੰ ਹਾਲਾਂਕਿ ਮੰਗਣਾ ਸਭ ਤੋਂ ਨੀਚ ਕਰਮ ਹੈ। ਕਹਿੰਦੇ ਜਿਨ੍ਹਾਂ ਪੰਜਾਂ ਤੱਤਾਂ ਨਾਲ ਸੰਘਰਸ਼ ਕਰਨ ਦੀ ਲੋੜ ਸੀ ਉਹ ਤੁਸੀਂ ਕਰਦੇ ਨਹੀਂ। ਰਿੱਧੀਆਂ ਸਿੱਧੀਆਂ ਦੀ ਜਿਹੜੀ ਇਹਨਾਂ ਦੀ ਭੁੱਖ ਹੈ ਉਹ ਇਹਨਾਂ ਨੂੰ ਪਦਾਰਥਵਾਦੀ ਬਣਾਉਂਦੀ ਹੈ, ਨਾ ਕਿ ਅਧਿਆਤਮਕਵਾਦ ਬਣਾਉਂਦੀ ਹੈ। ਤੇ ਗੁਰੂ ਸਾਹਿਬ ਜੀ ਫਿਰ ਕਹਿੰਦੇ ਨੇ ਵੀ ਸੱਚ ਤੇ ਸੰਜਮ ਚ ਰਹਿਣ ਦੇ ਨਾਲ ਸਹਿਜੇ ਹੀ ਸਾਨੂੰ ਇਹ ਗੁਰਮਤਿ ਦਾ ਮਾਰਗ ਸਮਝ ਆ ਜਾਂਦਾ। ਜੋਗੀਓ, ਅਸੀਂ ਤਾਂ ਸਿਰਫ ਇਹ ਮਤ ਹੀ ਆਪਣੇ ਅਪਣਾਇਆ, ਸਾਨੂੰ ਕਿਸੇ ਹੋਰ ਮਤ ਜਾਂ ਹੋਰ ਕਰਮ ਕਾਂਡ ਦੀ ਲੋੜ ਨਹੀਂ ਹੈ। ਇਸ ਵਾਸਤੇ ਅਸੀਂ ਪਰਮ ਪਿਤਾ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਹਾਂ ਤੇ ਆਪਣੇ ਆਪ ਨੂੰ ਉਹਦੀ ਬਖਸ਼ਿਸ਼ ਦਾ ਪਾਤਰ ਬਣਾਉਣ ਲਈ ਹਰ ਵੇਲੇ ਤਿਆਰ ਰਹਿੰਦੇ ਹਾਂ। ਇਹੋ ਹੀ ਸਿੱਖਿਆ ਗੁਰੂ ਪਾਤਸ਼ਾਹ ਨੇ ਸਾਨੂੰ ਇਹ 2 ਪੌੜੀਆਂ 'ਚ ਦਿੱਤੀ ਹੈ। ਅੱਗੋਂ ਉੱਪਰ ਖੁੱਲੇ ਸਵਾਲ ਨੇ ਜਿਹੜੇ ਅੱਗੇ ਸ਼ੁਰੂ ਹੋ ਜਾਣਗੇ, ਉਹ ਲਗਾਤਾਰ ਹੈ ਵੀ ਛੋਟੇ ਹੈ। ਉਹਨਾਂ ਦੇ ਅੱਗੋਂ ਪੌੜੀਆਂ ਦੀ ਵਿਚਾਰ ਆਪਾਂ ਜਿਵੇਂ ਜਿਵੇਂ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਉਹ ਕਰਦੇ ਜਾਵਾਂਗੇ। ਅੱਜ ਦੀ ਵਿਚਾਰ ਕਰਦੇ ਹਾਂ ਭੁੱਲ ਚੁੱਕ ਦੀ ਖਿਮਾ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।